ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ। ਰਾਮਈਆ ਹਾਂ ਬਾਰਿਕ ਤੇਰਾ ਕਾਹੇ ਨਾ ਖੰਡ ਸੇ ਅਵਗਣ ਮੇਰਾ। ਜੇ ਅਤ ਕਰੋਪ ਕਰੇ ਕਰ ਧਾਇਆ ਤਾਂ ਵੀ ਚੀਤ ਨਾ ਰਾਖਸ ਮਾਇਆ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ। ਆਓ ਸਰਬੱਤ ਸੰਗਤਾਂ ਕਲਗੀਧਰ ਮਹਾਰਾਜ ਦੇ ਲਾਡਲੀ ਸੰਗਤ, ਕਲਗੀਧਰ ਮਹਾਰਾਜ ਦਾ ਪਿਆਰਾ ਪੰਥ ਅਤੇ ਸਾਡੇ ਸਤਿਕਾਰਯੋਗ ਸਾਡੇ ਮਾਤਾ ਜੀ ਮਾਤਾ ਸਾਹਿਬ ਕੌਰ ਜੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਸਾਜੀਆਂ ਨਵਾਜੀਆਂ ਸੰਗਤਾਂ, ਮਾਤਾ ਜੀ ਨੂੰ ਪਿਆਰ ਸਤਿਕਾਰ ਨਾਲ, ਪਿਤਾ ਜੀ ਨੂੰ ਪਿਆਰ ਸਤਿਕਾਰ ਨਾਲ ਸਾਰੀਆਂ ਸੰਗਤਾਂ ਫਤਿਹ ਉਚਾਰਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਰਬੱਤ ਮਾਈ ਭਾਈ ਫੇਰ ਅੱਗੇ ਹੋਰ ਜੋ ਪ੍ਰਸੰਗ ਹੈ ਮਾਤਾ ਜੀ ਦਾ, ਕੁਝ ਨਾਲ ਸੰਬੰਧਿਤ ਪ੍ਰਸੰਗ ਹੁੰਦੇ ਨੇ, ਉਹਨਾਂ ਦੇ ਨਾਲ ਆਪਾਂ ਨੂੰ ਬਹੁਤ ਕੁਝ ਅੱਗੇ ਗਿਆਨ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਜਿਸ ਪ੍ਰਕਾਰ ਮਾਤਾ ਜੀ ਦਾ ਜੀਵਨ ਆਪਾਂ ਸਰਵਣ ਕਰ ਰਹੇ ਹਾਂ। ਸੋ ਇੱਕ ਦਿਨ ਮਾਤਾ ਸਾਹਿਬ ਕੌਰ ਜੀ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਾਸਤਰਾਂ ਨੂੰ ਸਾਫ਼ ਕਰਕੇ ਪਲੰਗ ਦੇ ਸਜਾ ਕੇ ਉੱਪਰ ਅਤੇ ਪਾਠ ਕਰਕੇ ਅੰਦਰ ਗਏ ਤਾਂ ਮਾਤਾ ਸੁੰਦਰ ਕੌਰ ਦੇ, ਜੋ ਆਪ ਜੀ ਨੂੰ ਪਹਿਲਾਂ ਵੀ ਦੱਸਿਆ ਕਿ ਅਜੀਤ ਸਿੰਘ ਪਾਲਕ ਪਾਲਤੂ ਜੋ ਪਾਲਿਆ ਸੀ ਗੋਦ ਲੈ ਕੇ ਪੁੱਤਰ, ਸੋ ਪਾਲਤੂ ਪੁੱਤਰ ਅਜੀਤ ਸਿੰਘ ਨੇ ਉਹ ਸ਼ਸਤਰ ਉਠਾ ਕੇ ਆਪਣੇ ਗਲ ਵਿੱਚ ਪਾ ਲਏ। ਨਿਆਣਿਆਂ ਦੀ ਨਿਆਣੀ ਮੱਤ ਗੁਰੂ ਸਾਹਿਬ ਨੇ ਬਚਨ ਵੀ ਕੀਤਾ ਸੀ ਵੀ ਨਾ ਇਹਨਾਂ ਨੂੰ ਤੁਸੀਂ ਪਾਲੋ, ਇਹ ਤੁਹਾਨੂੰ ਦੁਖੀ ਕਰੇਗਾ। ਪਰ ਮੋਹ ਮਾਇਆ ਮਮਤਾ ਪਤਾ ਨਹੀਂ ਕਿਸ ਪ੍ਰਕਾਰ ਇਹ ਕਾਰਜ ਬਣਿਆ, ਜਾਂ ਮਹਾਰਾਜ ਜਾਣਨ ਕਿ ਮਾਤਾ ਜੀ ਨੇ ਪਾਲ ਹੀ ਲਿਆ ਪਰ ਇਹ ਨੁਕਸਾਨ ਤੇ ਨੁਕਸਾਨ ਕਰਦਾ ਗਿਆ। ਸੇਵਾਦਾਰ ਨੇ ਰੋਕਿਆ ਤਾਂ ਹੰਕਾਰੀ ਅਜੀਤ ਸਿੰਘ ਉਸ ਨਾਲ ਝਗੜ ਪਿਆ ਤੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਦਾ ਜਾਨਸ਼ੀਨ ਹਾਂ ਅਤੇ ਇਹ ਸ਼ਸਤਰ ਸਜਾਉਣ ਦਾ ਮੇਰਾ ਹੱਕ ਹੈ। ਸੇਵਾਦਾਰ ਅਤੇ ਅਜੀਤ ਸਿੰਘ ਦੇ ਝਗੜੇ ਦੀ ਉੱਚੀ ਉੱਚੀ ਆਵਾਜ਼ ਸੁਣ ਕੇ ਦੋਵੇਂ ਮਾਤਾਵਾਂ ਆ ਗਈਆਂ ਅਤੇ ਉਸ ਨੂੰ ਸ਼ਸਤਰ ਪਾਉਣ ਤੋਂ ਰੋਕਿਆ ਤਾਂ ਅਜੀਤ ਸਿੰਘ ਨੇ ਮਾਤਾ ਸਾਹਿਬ ਕੌਰ ਜੀ ਦੀ ਨਾਰਾਜ਼ਗੀ ਨੂੰ ਨਾ ਸਹਾਰਦੇ ਹੋਏ ਆਪਣੀ ਕਟਾਰ ਕੱਢ ਲਈ ਤੇ ਮਾਤਾ ਜੀ ਨੂੰ ਮਾਰਨ ਹੀ ਲੱਗਿਆ ਸੀ ਕਿ ਕੋਲ ਖੜੇ ਹੋਏ ਸਿੱਖਾਂ ਨੇ ਵਿੱਚ ਪੈ ਕੇ ਗੱਲ ਰਫਾ ਦਫਾ ਕਰਵਾ ਦਿੱਤੀ। ਸਮਾਂ ਦੇਖਣਾ ਪੈਂਦਾ। ਆਪਾਂ ਇਸ ਚੀਜ਼ ਨੂੰ ਸੁਣ ਕੇ ਦੁਖੀ ਹੁੰਦੇ ਹਾਂ, ਪਰ ਉਹ ਸਮਾਂ ਦੇਖੋ ਕਿ ਮਾਤਾਵਾਂ ਨੇ ਕਿੰਨੇ ਮਹਾਰਾਜ ਜੀ ਤੋਂ ਬਾਅਦ ਕਈ ਪ੍ਰਕਾਰ ਦੇ ਐਸੇ ਕਸ਼ਟ ਸਹਾਰੇ। ਜੇ ਕਲਗੀਧਰ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਤਿਆਗ ਕੀਤਾ, ਮਾਤਾਵਾਂ ਨੇ ਬਹੁਤ ਦੁੱਖ ਦੇਖੇ ਨੇ। ਮਾਤਾ ਜੀ ਇਹਨਾਂ ਸ਼ਸਤਰਾਂ ਵਿੱਚੋਂ ਨਿਤ ਆਪਣੇ ਪਤੀ
ਗੁਰੂਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦੇ ਸਨ। ਉਸ ਸਮੇਂ ਮਾਤਾ ਸਾਹਿਬ ਕੌਰ ਜੀ ਕੋਲ ਸਤਿਗੁਰੂ ਦੇ ਸ਼ਸਤਰਾਂ ਦਾ ਅਪਮਾਨ ਨਾ ਸਹਾਰਿਆ ਗਿਆ ਤੇ ਅਜੀਤ ਸਿੰਘ ਦੀ ਕਾਰਵਾਈ ਨੂੰ ਉਹਨਾਂ ਨੇ ਗੁਰੂ ਦੀ ਮੱਤ ਤੇ ਪ੍ਰਤੀਕੂਲ ਸਮਝਿਆ। ਤੇ ਮਾਤਾ ਜੀ ਦੇ ਫਿਰ ਹੁਣ ਜਦੋਂ ਸ਼ਸਤਰਾਂ ਦੀ ਨਿਰਾਦਰੀ ਕਰਤੀ, ਸ਼ਸਤਰ ਛੇਵੇਂ ਪਾਤਸ਼ਾਹ ਦੇ ਨੇ, ਮਹਾਰਾਜ ਨੇ ਕਿਹਾ ਸੀ ਸਾਡਾ ਰੂਪ ਸਮਝਣਾ, ਇੱਕ ਤਰ੍ਹਾਂ ਦੀ ਗੁਰੂ ਦੀ ਨਿਰਾਦਰੀ ਹੋ ਗਈ ਨਾ। ਮਾਤਾ ਜੀ ਦੇ ਫਿਰ ਮੁੱਖੋਂ ਬਚਨ ਨਿਕਲ ਗਿਆ। ਵੀਰ ਰਸ ਚ ਆ ਕੇ ਭਾਈ ਸੰਤੋਖ ਸਿੰਘ ਜੀ ਨੇ ਮਾਤਾ ਦੇ ਬਚਨ ਨੂੰ ਇਸ ਤਰ੍ਹਾਂ ਲਿਖਿਆ, ਨਹਿ ਜਵਾਨੀ ਕੋ ਭੋਗਨ ਕਰੈ। ਮਾਤਾ ਜੀ ਕਹਿੰਦੇ ਜਾ ਤੂੰ ਫਿਰ ਜੇ ਇੰਨਾ ਮਾਣ ਕਰਦਾ, ਗੁਰੂ ਦੇ ਸ਼ਸਤਰਾਂ ਦੀ ਨਿਰਾਦਰੀ ਕਰਦਾ, ਆਪਣੀ ਮਾਤਾ ਉੱਤੇ ਹੀ ਕਟਾਰ ਚੱਕਦਾ, ਜਾਂ ਜਵਾਨੀ ਨਾ ਭੋਗੇਗਾ ਤੂੰ। ਦੁੱਖ ਤੇ ਧਰਮ ਹਾਰ ਕਰ ਮਰੈ, ਤੂੰ ਸਾਰਾ ਧਰਮ ਵੀ ਹਾਰ ਕੇ ਮਰੇਗਾ, ਦੁਖੀ ਹੋ ਕੇ ਮਰੇਗਾ। ਹੋਈ ਦੁਰਦਸ਼ਾ ਪੁਰ ਮਹਿ ਤੇਰੀ, ਮਰਹਿ ਕਮੌਤ ਨਾਰ ਨਰ ਹੇਰੀ। ਕਹਿੰਦੇ ਤੇਰੀ ਬਹੁਤ ਬੁਰੀ ਹਾਲਤ ਹੋਵੇਗੀ, ਸ਼ਹਿਰ ਦੇ ਵਿੱਚ ਕਮੌਤੇ ਮਰੇਗਾ ਤੂੰ। ਹੁਣ ਬਚਨ ਨਿਕਲ ਗਿਆ। ਮਾਤਾ ਜੀ ਤਾਂ ਤੁਹਾਨੂੰ ਪਤਾ ਜੇ ਬਚਨ ਹੋ ਜੇ ਇੱਕ ਵਾਰ ਕੌਣ ਟਾਲ ਸਕਦਾ ਫਿਰ, ਕਿਉਂਕਿ ਸ੍ਰਿਸ਼ਟੀ ਦੀ ਰਚਨਹਾਰ ਮਾਤਾ ਆਪ ਹੀ ਹੈ। ਤੇ ਇਹ ਤਾਂ ਇੱਕ ਵੱਖਰੀ ਗੱਲ ਆ ਵੀ ਕਿਸੇ ਨੂੰ ਇਹ ਭੇਦ ਨਹੀਂ ਦਿੱਤਾ ਉਹਨਾਂ ਨੇ। ਸੋ ਅਜੀਤ ਸਿੰਘ ਦੇ ਗੁਰੂ ਘਰ ਵਿੱਚ ਆਉਣ ਸੰਬੰਧੀ ਇਤਿਹਾਸਕਾਰਾਂ ਨੇ ਲਿਖਿਆ ਕਿ ਮਾਤਾ ਸੁੰਦਰੀ ਜੀ ਦਾ ਇੱਕੋ ਪੁੱਤਰ ਜੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਸਨ, ਜੋ ਪਿਤਾ ਦੀ ਹਜ਼ੂਰੀ ਵਿੱਚ ਚਮਕੌਰ ਦੇ ਜੰਗ ਵਿੱਚ ਸ਼ਹੀਦ ਹੋਏ ਸਨ। ਇੱਕ ਦਿਨ ਸੰਗਤ ਵਿੱਚ ਮਾਤਾ ਸੁੰਦਰ ਕੌਰ ਜੀ ਨੇ ਇੱਕ 5 ਸਾਲ ਦਾ ਬਾਲਕ ਦੇਖਿਆ ਤਾਂ ਉਹਦੀ ਸ਼ਕਲ ਬਾਬਾ ਅਜੀਤ ਸਿੰਘ ਜੀ ਨਾਲ ਮਿਲਦੀ ਤੱਕ ਕਿ ਉਹਨੂੰ ਗੋਦ ਲੈ ਲਿਆ ਅਤੇ ਉਹਦੇ ਮਾਪਿਆਂ ਦੀ ਪ੍ਰਵਾਨਗੀ ਲਈ ਉਹਨੂੰ ਪਾਲਤੂ ਪੁੱਤਰ ਬਣਾ ਲਿਆ। ਸੰਗਤਾਂ ਵੀ ਉਸ ਦਾ ਸਤਿਕਾਰ ਕਰਨ ਲੱਗ ਪਈਆਂ। ਜਦੋਂ ਗੁਰੂ ਮਹਾਰਾਜ ਬਹਾਦਰ ਸ਼ਾਹ ਦੇ ਸੱਦੇ ਉੱਤੇ ਦਿੱਲੀ ਪਹੁੰਚੇ ਤਾਂ ਮਾਤਾ ਸੁੰਦਰ ਕੌਰ ਜੀ ਆਪਣੇ ਪਾਲਤੂ ਅਜੀਤ ਸਿੰਘ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ ਪਹੁੰਚੇ ਤੇ ਕਿਹਾ ਇਹ ਆਪ ਦਾ ਪੁੱਤਰ ਅਜੀਤ ਸਿੰਘ ਹੈ। ਗੁਰੂ ਜੀ ਨੇ ਬੱਚੇ ਨੂੰ ਤੱਕ ਕੇ ਕਿਹਾ, ਨਿਜ ਸੁਤ ਹੋਤ ਨ ਪੁੱਤ ਪਰਾਏ, ਧਨ ਖੋਵੈ ਦੁਖ ਦਹਿ, ਸਤ ਬਚਨ ਸੋ ਗੁਰ ਕਾ ਕੀਓ, ਦੇ ਦੁਖ ਮਰਿਓ ਵਹਿ। ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਜੀ ਨੇ ਵੀ ਲਿਖਿਆ ਤੇ ਸੂਰਜ ਪ੍ਰਕਾਸ਼ ਦੀ ਕਥਾ ਵਿੱਚ ਜਿਹੜੀ ਅੰਮ੍ਰਿਤ ਬਾਣੀ ਸੀਡੀ ਪਹਿਲਾਂ ਭਰੀਆਂ ਸੀ 40 ਘੰਟੇ ਦੀ ਕਥਾ 10ਵੇਂ ਪਾਤਸ਼ਾਹ ਦੀ, ਉਹਦੇ ਚ ਹੈਗੀ ਆ, ਤੇ ਉਹਦੇ ਵਿੱਚ ਵੀ ਇਹ ਪ੍ਰਸੰਗ ਆ ਚੁੱਕਿਆ। ਸੋ ਮਾਤਾ ਸੁੰਦਰ ਕੌਰ ਜੀ ਨੇ ਨਾ ਕੇਵਲ ਉਹ ਪੁੱਤਰ ਨੂੰ ਕਰਕੇ ਪਾਲਿਆ ਬਲਕਿ ਉਹਦੀ ਸ਼ਾਦੀ ਵੀ ਕਰਾਈ ਤੇ ਉਹਦਾ ਇੱਕ ਪੁੱਤਰ ਹਠੀ ਸਿੰਘ ਹੋਇਆ। ਅੱਗੇ ਉਹਦਾ ਸ਼ਾਦੀ ਵੀ ਹੋਈ, ਹਠੀ ਸਿੰਘ ਪੁੱਤਰ ਵੀ ਹੋਇਆ। ਉਹ ਬੇਅੰਤ ਧਨ ਅਤੇ ਸ਼ਾਹੀ ਸਨਮਾਨ ਪਾ ਕੇ ਹੰਕਾਰਿਆ ਗਿਆ ਤੇ ਆਈਆਂ ਜੀਆਂ ਮਾੜੀਆਂ ਹਰਕਤਾਂ ਕੀਤੀਆਂ ਕਿ ਮਾਤਾ ਜੀ ਨੂੰ ਦੁਖੀ ਹੋ ਕੇ ਫਿਟਕਾਰ ਨਾ ਪਿਆ। ਇਹ ਕਹਾਣੀ ਪ੍ਰਚਲਿਤ ਹੈ ਕਿ ਫਰਕਸ਼ੀਅਰ ਦੇ ਰਾਜ ਸਮੇਂ ਇੱਕ ਮੰਨਿਆ ਪਰਮੰਨਿਆ ਫਕੀਰ ਬੇਨਵਾ ਅਜੀਤ ਸਿੰਘ ਦੇ ਬੰਦਿਆਂ ਹੱਥੋਂ ਮਾਰਿਆ ਗਿਆ। ਉਹਦੀ ਲਾਸ਼ ਇੱਕ ਖੂਹ ਚੋਂ ਮਿਲੀ। ਬਾਦਸ਼ਾਹ ਨੇ ਇਹਦਾ ਸਖਤ ਨੋਟਿਸ ਲਿਆ ਤੇ ਉਸ ਨੂੰ ਗ੍ਰਿਫਤਾਰ ਕਰਕੇ ਪੇਸ਼ ਕਰਨ ਦਾ ਹੁਕਮ ਦਿੱਤਾ। ਅਜੀਤ ਸਿੰਘ ਬੁੱਧੀ ਦਾ ਤਾਂ ਮਲੀਨ ਹੋ ਹੀ ਚੁੱਕਾ ਸੀ, ਇਸ ਲਈ ਉਹਨੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਆਪਣੇ ਕੇਸ ਕਤਲ ਕਰਵਾ ਕੇ ਇੱਕ ਥਾਲ ਵਿੱਚ ਧਰ ਕੇ ਉੱਤੇ 5 ਮੋਹਰਾਂ ਰੱਖ ਕੇ ਸ਼ਾਹ ਕੋਲ ਭੇਟਾਂ ਭੇਜੀਆਂ। ਇਹ ਤੱਕ ਕਿ ਸ਼ਾਹ ਨਹੀਂ ਭਤੀਜਿਆ ਅਤੇ ਉਹਨੂੰ ਗ੍ਰਿਫਤਾਰ ਕਰਕੇ ਤਸੀਹੇ ਦੇ ਕੇ ਕਤਲ ਕਰਨ ਦਾ ਹੁਕਮ ਦੇ ਦਿੱਤਾ। ਮਾਤਾ ਨੇ ਕਹਿਤਾ ਸੀ ਨਾ ਬੇਧਰਮਾ ਹੋ ਕੇ ਮਰੇਗਾ। ਦੋਵੇਂ ਮਾਤਾਵਾਂ ਇਹ ਸੁਣ ਕੇ ਅਤ ਦੁਖੀ ਹੋਈਆਂ। ਉਹਨੂੰ ਫਟਕਾਰ ਕੇ ਮੂੰਹ ਲਾਉਣ ਤੋਂ ਇਨਕਾਰ ਕਰਦੇ ਹੋਏ ਸੰਗਤਾਂ ਨੂੰ ਵੀ ਉਸ ਨਾਲ ਮੂੰਹ ਲੱਗਣ ਤੋਂ ਰੋਕ ਦਿੱਤਾ, ਕਿਉਂਕਿ ਉਹਨੇ ਗੁਰੂ ਜੀ ਦੀ ਮੋਹਰ ਕੇਸਾਂ ਦੀ ਬੇਅਦਬੀ ਕੀਤੀ ਹੈ। ਸੋ ਅਜੀਤ ਸਿੰਘ ਨੇ ਗ੍ਰਿਫਤਾਰੀ ਵਿਰੁੱਧ ਇੱਕ ਹਵੇਲੀ ਦਾ ਸਹਾਰਾ ਲਿਆ ਜਿੱਥੇ ਸ਼ਾਹੀ ਕਰਮਚਾਰੀਆਂ ਨਾਲ ਟੱਕਰ ਹੋਣ ਤੇ ਕਈ ਸਿੰਘ ਸ਼ਹੀਦ ਹੋ ਗਏ। ਉਹ ਉੱਥੋਂ ਨੱਸ ਕੇ ਇੱਕ ਕਲਾਲ ਦੇ ਘਰੇ ਜਾ ਕੇ ਛੁਪ ਗਿਆ ਤੇ ਪਤਨੀ ਤੇ ਪੁੱਤਰ ਹਠੀ ਸਿੰਘ ਨੂੰ ਮਾਤਾ ਸੁੰਦਰ ਕੌਰ ਕੋਲ ਭੇਜ ਦਿੱਤਾ। ਸੋ ਅਜੀਤ ਸਿੰਘ ਨੂੰ ਪੁਲਿਸ ਨੇ ਕਲਾਲ ਦੇ ਘਰੋਂ ਗ੍ਰਿਫਤਾਰ ਕੀਤਾ ਤੇ ਬਾਦਸ਼ਾਹ ਫਰਕਸ਼ੀਅਰ ਦੇ ਹੁਕਮ ਨਾਲ ਹਾਥੀ ਦੇ ਪੈਰ ਨਾਲ ਬੰਨ੍ਹ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਘਸੀਟਿਆ ਤੇ ਅਖੀਰ ਹਾਥੀ ਦੇ ਪੈਰ ਹੇਠ ਉਹਦਾ ਸਿਰ ਫਿਸਿਆ ਗਿਆ। ਇਸ ਤਰ੍ਹਾਂ ਉਹ ਭੈੜੀ ਮੌਤ ਮਰਿਆ। ਮਾਤਾ ਨੇ ਬਚਨ ਕੀਤਾ ਸੀ ਕਮੌਤੇ ਮਰੇਗਾ ਬੇਧਰਮਾ ਹੋ ਕੇ। ਉਹ ਬਚਨ ਦੇਖੋ ਉਸੇ ਤਰ੍ਹਾਂ ਹੀ ਪੂਰਾ ਹੋਇਆ। ਸੋ ਮਾਤਾ ਸੁੰਦਰ ਕੌਰ ਨੇ ਸੋਚ ਕੇ ਉਹ ਦਿੱਲੀ ਵਿੱਚ ਸ਼ਾਹੀ ਅਤਿਆਚਾਰਾਂ ਤੋਂ ਉਸਦੀ ਇਸ ਪ੍ਰਕਾਰ ਪਤਨੀ ਤੇ ਪੁੱਤਰ ਨੂੰ ਨਹੀਂ ਬਚਾ ਸਕਣਗੇ, ਆਪ ਉਹਨਾਂ ਦੋਹਾਂ ਨੂੰ ਨਾਲ ਲੈ ਕੇ ਮਥੁਰਾ ਚਲੇ ਗਏ।
ਬਾਅਦ ਵਿੱਚ ਮਾਤਾ ਸਾਹਿਬ ਕੌਰ ਜੀ ਵੀ ਸੰਕਟ ਸਮੇਂ ਵੱਡੇ ਭੈਣ ਜੀ ਮਾਤਾ ਸੁੰਦਰ ਕੌਰ ਦੇ ਸੱਦੇ ਤੇ ਮਥੁਰਾ ਗਏ ਅਤੇ ਦੋਵੇਂ ਮਾਤਾਵਾਂ ਕਾਫੀ ਸਮੇਂ ਉੱਥੇ ਇਕੱਠੀਆਂ ਰਹੀਆਂ। ਪਰ ਅਜੀਤ ਸਿੰਘ ਦਾ ਪੁੱਤਰ ਹਠੀ ਸਿੰਘ ਵੀ ਵੱਡਾ ਹੋ ਕੇ ਪਿਓ ਵਰਗਾ ਨਿਕਲਿਆ। ਉਸ ਨੇ ਮਾਤਾਵਾਂ ਵੱਲੋਂ ਸਤਸੰਗ ਲਈ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜੋ ਧਰਮਸ਼ਾਲਾ ਬਣਵਾਈ ਗਈ ਸੀ, ਉਸ ਤੇ ਗੁਰੂ ਨਾਨਕ ਦੇਵ ਜੀ ਦਾ ਨਾਮ ਮਿਟਾ ਕੇ ਆਪਣੇ ਨਾਂ ਦਾ ਫੱਟਾ ਲਾ ਕੇ ਖੁਦ ਗੁਰੂ ਬਣ ਬੈਠਿਆ। ਮਾਤਾਵਾਂ ਨੇ ਉਹਨੂੰ ਫਟਕਾਰਿਆ ਤੇ ਉਹ ਭਰ ਜਵਾਨੀ ਵਿੱਚ ਸਰਕਾਰੀ ਕਰਮਚਾਰੀਆਂ ਹੱਥੋਂ ਮਾਰਿਆ ਗਿਆ। ਭਾਈ ਕਾਹਨ ਸਿੰਘ ਜੀ ਨਾਭਾ ਮਾਤਾ ਸੁੰਦਰ ਕੌਰ ਦੇ ਪਾਲਤੂ ਪੁੱਤਰ ਅਜੀਤ ਸਿੰਘ ਸੰਬੰਧੀ ਇਸ ਤਰ੍ਹਾਂ ਜਾਣਕਾਰੀ ਦਿੰਦੇ ਆ। ਮਹਾਨ ਕੋਸ਼ ਦੇ ਵਿੱਚ 48 ਇਹ ਪੇਜ ਦੇ ਉੱਤੇ 48 ਪੰਨਾ ਹੈ, ਭਾਸ਼ਾ ਭਾਗ ਦਾ ਛਾਪਿਆ ਮਹਾਨ ਕੋਸ਼। ਵੀ ਇੱਕ ਸੁਨਿਆਰੇ ਦਾ ਪੁੱਤਰ ਜਿਸ ਨੂੰ ਮਾਤਾ ਸੁੰਦਰੀ ਜੀ ਨੇ ਸ੍ਰੀ ਅਜੀਤ ਸਿੰਘ ਜਹੀ ਸ਼ਕਲ ਦਾ ਬੱਚਾ ਦੇਖ ਕੇ ਪੁੱਤਰ ਬਣਾਇਆ। ਦਸ਼ਮੇਸ਼ ਜੀ ਨੇ ਜੋ ਸ਼ਸਤਰ ਮਾਤਾ ਸਾਹਿਬ ਕੌਰ ਜੀ ਨੂੰ ਬਖਸ਼ੇ ਸਨ, ਉਹਨਾਂ ਨੂੰ ਅਜੀਤ ਸਿੰਘ ਨੇ ਇੱਕ ਵਾਰ ਆਪਣੇ ਅੰਗਾਂ ਤੇ ਸਜਾਇਆ ਤੇ ਕੇਸਾਂ ਦੀ ਬੇਅਦਬੀ ਕਰ ਲਈ। ਇਸ ਤੇ ਮਾਤਾ ਸੁੰਦਰੀ ਜੀ ਨੇ ਤਿਆਗ ਦਿੱਤਾ। ਇੱਕ ਬੇਨਵੇ ਫਕੀਰ ਦੇ ਮਾਰਨ ਦੇ ਅਪਰਾਧ ਵਿੱਚ ਇਸ ਦਾ ਸਿਰ ਲਾ ਕੇ ਬਾਦਸ਼ਾਹ ਫਰਖਸ਼ੀਅਰ ਨੇ ਅਜੀਤ ਸਿੰਘ ਨੂੰ ਸੰਮਤ 1775 ਬਿਕਰਮੀ ਸਨ 1718 ਈਸਵੀ ਵਿੱਚ ਕਤਲ ਕਰਵਾ ਦਿੱਤਾ। ਇਹਦਾ ਦਿਵਰਾ ਸਬਜ਼ੀ ਮੰਡੀ ਕੋਲ ਦਿੱਲੀ 'ਚ ਬਣਿਆ ਹੋਇਆ ਹੈ। ਨਾਜ਼ੁਕ ਦੌਰ ਐਸਾ ਆਇਆ ਕਿ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਸੱਚਖੰਡ ਗਮਨ ਤੋਂ ਬਾਅਦ ਦੇਸ਼ ਦੇ ਰਾਜਸੀ ਹਾਲਾਤ ਫੇਰ ਬਦਲ ਗਏ ਅਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜੋ ਗੁਰੂ ਘਰ ਦਾ ਸਤਿਕਾਰ ਕਰਨ ਲੱਗ ਪਿਆ ਸੀ ਤੇ ਅੱਖਾਂ ਫੇਰ ਲਈਆਂ ਉਹਨੇ। ਗੁਰੂ ਪਰਿਵਾਰ ਦੇ ਸੱਜਣ ਮੁੜ ਬੈਰੀ ਬਣ ਗਏ, ਜਿਸ ਕਰਕੇ ਸੁਖੀ ਵਸਦੀਆਂ ਮਾਤਾਵਾਂ ਉੱਤੇ ਕਹਿਰ ਦਾ ਪਹਾੜ ਟੁੱਟ ਪਿਆ ਅਤੇ ਸ਼ਾਹੀ ਹੁਕਮ ਨਾਲ ਉਹਨਾਂ ਨੂੰ ਕੀ ਕੀਤਾ, ਉਹਨਾਂ ਨੇ ਸਭ ਕੁਝ ਉਹਨਾਂ ਦਾ ਬੰਦ ਕਰਤਾ ਤੇ ਮਾਤਾਵਾਂ ਨੂੰ ਵੀ ਨਜ਼ਰਬੰਦ ਕਰਤਾ। ਇਤਿਹਾਸ ਅਨੁਸਾਰ ਦਸਮ ਗੁਰੂ ਵੱਲੋਂ ਨੰਦੇੜ ਤੋਂ ਭੇਜੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਪਹੁੰਚ ਕੇ ਸਰਹੰਦ ਦੀ ਇੱਟ ਨਾਲ ਇੱਟ ਵਜਾਈ ਅਤੇ ਗੁਰੂ ਸਾਹਿਬ ਦੇ ਮਾਸੂਮ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੂੰ ਕੰਧਾਂ ਵਿੱਚ ਚਿਣਵਾ ਕੇ ਸ਼ਹੀਦ ਕਰਨ ਵਾਲੇ ਸੂਬੇਦਾਰ ਵਜ਼ੀਰ ਖਾਨ ਨੂੰ ਬਹੁਤ ਦੁਰਦਸ਼ਾ ਨਾਲ ਮਰਵਾਇਆ। ਉਹਨੂੰ ਜਾ ਕੇ ਮਾਰਿਆ। ਆਪ ਬੰਦੇ ਬਹਾਦਰ ਨੇ ਪੰਜਾਬ ਦੇ ਕਈ ਇਲਾਕੇ ਮੁਗਲਾਂ ਤੋਂ ਖੋਹ ਲਏ। ਇਹ ਰਿਪੋਰਟਾਂ ਸੁਣ ਕੇ ਬਹਾਦਰ ਸ਼ਾਹ ਬਹੁਤ ਛਿੱਥਾ ਪਿਆ। ਉਹਨੇ ਮਾਤਾਵਾਂ ਤੇ ਦਬਾਅ ਪਾਇਆ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਰੋਕਣ ਕਿ ਉਹ ਇਲਾਕੇ ਜਿਹੜੇ ਨੇ ਉਹਨਾਂ ਤੇ ਕਬਜ਼ੇ ਵਿੱਚ ਕਰਕੇ ਬਾਦਸ਼ਾਹਤ ਨਾਲ ਟੱਕਰ ਨਾ ਲਵੇ ਤੇ ਗੜਬੜ ਕਰਨ ਤੋਂ ਬਾਜ਼ ਆਵੇ। ਮਾਤਾ ਸਾਹਿਬ ਕੌਰ ਜੀ ਨੇ ਬੰਦੇ ਨੂੰ ਕੋਈ ਪੱਤਰ ਲਿਖਣ ਤੋਂ ਸੰਕੋਚ ਕੀਤਾ ਅਤੇ ਬਹਾਦਰ ਸ਼ਾਹ ਦੇ ਭੇਜੇ ਸਨੇਹਾਕਾਰਾਂ ਨੂੰ ਸਪਸ਼ਟ ਕੀਤਾ ਜੋ ਕੁਝ ਹੋ ਰਿਹਾ ਹੈ ਗੁਰੂ ਭਾਣੇ ਅਨੁਸਾਰ ਹੈ। ਮਾਤਾ ਜੀ ਕਹਿੰਦੇ ਅਸੀਂ ਇਹ 'ਚ ਦਖਲ ਨਹੀਂ ਦੇਵਾਂਗੇ। ਬਹਾਦਰ ਸ਼ਾਹ ਨੇ ਗੁੱਸਾ ਖਾ ਕੇ ਮਾਤਾਵਾਂ ਦੇ ਲੰਗਰ ਲਈ ਲਾਈ ਹੋਈ ਰਸਦ ਬੰਦ ਕਰ ਦਿੱਤੀ ਅਤੇ 10 ਦਸੰਬਰ ਸਨ 1710 ਈਸਵੀ 29 ਸ਼ਵਾਲ ਸਨ 4 ਬਹਾਦਰ ਸ਼ਾਹੀ 1122 ਹਿਜਰੀ ਨੂੰ ਉਸ ਨੇ ਸਿੱਖਾਂ ਦੇ ਕਤਲੇਆਮ ਦਾ ਹੁਕਮ ਜਾਰੀ ਕਰ ਦਿੱਤਾ ਅਤੇ ਬਖਸ਼ੀ ਉਨ ਮਮਾਲਿਕ ਮੁਹਾਬਤ ਖਾਨ ਨੂੰ ਕਿਹਾ ਕਿ ਸ਼ਾਹ ਜਹਾਨਾਬਾਦ ਦਿੱਲੀ ਦੇ ਇਰਦ ਗਿਰਦ ਦੇ ਫੌਜਦਾਰਾਂ ਨੇ ਦੇ ਨਾਂ ਬਾਦਸ਼ਾਹੀ ਹੁਕਮ ਜਿਹੜਾ ਸੀ ਉਹ ਹਸਬਲ ਹੁਕਮ ਵਾਲਾ ਲਿਖ ਦੇਵੇ ਕਿ ਜਿੱਥੇ ਕਿਧਰੇ ਵੀ ਗੁਰੂ ਨਾਨਕ ਪੂਜ ਸਿੱਖ ਮਿਲਣ ਕਤਲ ਕਰ ਦਿੱਤੇ ਜਾਣ। ਨਾਨਕ ਪ੍ਰਸਤਾਰਾ ਹਰ ਜਾ ਕੇ ਬਾ ਪਾਬੰਦ ਬਾ ਕਤਲ ਰਸਾਨੇਦ। ਇਹ ਅਰਬੀ ਫਾਰਸੀ ਦੇ ਅੱਖਰ ਨਾਲ ਇਹ ਲਿਖੇ ਸੀਗੇ। ਹੁਕਮਨਾਮੇ ਇਹ ਡਾਕਟਰ ਗੰਡਾ ਸਿੰਘ ਜੀ ਦੇ ਇਹ ਪੰਨਾ 33 ਉੱਤੇ ਲਿਖੇ ਹੋਏ ਆ। ਸਰਕਾਰ ਵੱਲੋਂ ਸਿੱਖਾਂ ਦਾ ਕਤਲੇਆਮ ਦਾ ਹੁਕਮ ਜਾਰੀ ਹੋਣ ਤੇ ਸਿੱਖਾਂ ਉੱਤੇ ਅਤਿਆਚਾਰ ਸ਼ੁਰੂ ਹੋ ਗਏ। ਦਿੱਲੀ ਅਤੇ ਨਾਲ ਲੱਗਦੇ ਰਾਜਾਂ ਵਿੱਚ ਹਜ਼ਾਰਾਂ ਸਿੱਖ ਪਰਿਵਾਰ ਸ਼ਹੀਦ ਕਰ ਦਿੱਤੇ ਗਏ। ਅਤਿਆਚਾਰ ਦੀ ਖਬਰਾਂ ਸੁਣ ਕੇ ਮਾਤਾ ਸਾਹਿਬ ਕੌਰ ਨੇ ਬੜਾ ਦੁੱਖ ਮਨਾਇਆ ਤੇ ਗੁਰੂ ਪਤੀ ਦੇ ਬਖਸ਼ੇ ਸ਼ਸਤਰਾਂ ਕੋਲ ਬੈਠ ਕੇ ਪਾਠ ਤੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਇਸ ਅਚੇਤ ਸੰਕਟ ਸਮੇਂ ਆਪਣੇ ਸਿੱਖਾਂ ਦੀ ਆਪ ਰੱਖਿਆ ਕਰੋ। ਬਹਾਦਰ ਸ਼ਾਹ ਤੋਂ ਬਾਅਦ ਸ਼ਾਹੀ ਤਖਤ ਤੇ ਉਸ ਦਾ ਪੁੱਤਰ ਫਰਖਸ਼ੀਅਰ ਬੈਠਾ ਤੇ ਉਸਨੇ ਵੀ ਸਿੱਖਾਂ ਉੱਤੇ ਅਤਿਆਚਾਰ ਜਾਰੀ ਰੱਖੇ। ਦਿੱਲੀ ਦੇ ਹਾਲਾਤ ਖਰਾਬ ਹੁੰਦੇ ਤੱਕ ਮਾਤਾ ਸਾਹਿਬ ਕੌਰ ਗੁਰੂ ਪਤੀ ਦੇ ਬਖਸ਼ੇ ਹੋਏ ਸ਼ਸਤਰ ਭਾਈ ਜਵਾਹਰ ਸਿੰਘ ਦੇ ਸਪੁਰਦ ਕਰਕੇ ਆਪ ਮਥੁਰਾ ਚਲੇ ਗਏ ਸੀ।
इतिहास अनुसार दोवें मातावां संमत 1775 बिक्रमी 1710 ईस्वी ਨੂੰ ਦਿੱਲੀ ਤੋਂ ਚੱਲ ਕੇ ਭਰਤਪੁਰ ਪਹੁੰਚੀਆਂ। ਜੋ ਭਰਤਪੁਰ ਜਦੋਂ ਆਪਾਂ ਆਗਰੇ ਤੋਂ ਅੱਗੇ ਗਵਾਲੀਅਰ ਵੱਲ ਨੂੰ ਜਾਂਦੇ ਰਸਤੇ 'ਚ ਆਉਂਦਾ। ਇੱਥੋਂ ਦੇ ਰਾਜੇ ਨੇ ਕੁਝ ਸੇਵਾ ਕੀਤੀ, ਪਰ ਦਿੱਲੀ ਦੇ ਬਾਦਸ਼ਾਹ ਡਰ ਕਰਕੇ ਬਹੁਤ ਸਮਾਂ ਉਹਨਾਂ ਨੂੰ ਇੱਥੇ ਨਾ ਰੱਖ ਸਕਿਆ। ਮਾਤਾਵਾਂ ਨੂੰ ਉਹਦੀ ਨੀਅਤ ਠੀਕ ਨਾ ਲੱਗੀ, ਇਸ ਲਈ ਮਾਤਾਵਾਂ ਉੱਥੋਂ ਅੱਗੇ ਚੱਲ ਪਈਆਂ। ਗੁਰੂ ਦੇ ਸ਼ਰਧਾਲੂ ਜੈਪੁਰ ਦੇ ਰਾਜਾ ਨੇ ਮਾਤਾਵਾਂ ਦੀ ਬਹੁਤ ਸੇਵਾ ਕੀਤੀ ਅਤੇ ਉਹਨਾਂ ਦੇ ਰਹਿਣ ਲਈ ਜਮਨਾ ਕਿਨਾਰੇ ਇੱਕ ਮਕਾਨ ਬਣਵਾਤਾ। ਖਰਚੇ ਲਈ 2 ਪਿੰਡਾਂ ਦੀ ਜਗੀਰ ਤੇ ਇਹਨਾਂ ਨਾਂ ਲਗਾ ਦਿੱਤੀ। ਮਾਤਾਵਾਂ ਨੇ ਇੱਥੇ ਆਪਣੇ ਵਸਣ ਦਾ ਪ੍ਰਬੰਧ ਕਰ ਲਿਆ। ਰਾਜਾ ਜੈ ਸਿੰਘ ਲੋੜੀਂਦੇ ਪਦਾਰਥ ਦੀ ਸੇਵਾ ਕਰਨ ਤੋਂ ਇਲਾਵਾ ਇੱਥੇ ਆਪਣੇ ਕਰਮਚਾਰੀਆਂ ਨੂੰ ਸੇਵਾ ਕਰਨ ਦਾ ਹੁਕਮ ਦੇ ਗਿਆ। ਰਾਜਾ ਜੈ ਸਿੰਘ ਵੱਲੋਂ ਮਾਤਾਵਾਂ ਦੀ ਸੇਵਾ ਸੰਬੰਧੀ ਭਾਈ ਸੰਤੋਖ ਸਿੰਘ ਜੀ ਲਿਖਦੇ ਇਸ ਪ੍ਰਕਾਰ: ਜਮਨਾ ਤੀਰ ਕਰਿਓ ਨਿਜ ਡੇਰਾ, ਤਹ ਪੁਰੇ ਪਾਲਕ ਸੁਨ ਤਿਸ ਬੇਰਾ, ਲੈ ਕਰ ਭੇਟ ਮਿਲਨ ਕੋ ਆਵਾ, ਹਾਥ ਜੋਰ ਜੁਗ ਮਾਤ ਟਿਕਾਵਾ, ਕਰਹੋ ਮਾਤਾ ਜੀ ਪੁਰ ਮਹਿ ਬਾਸਾ, ਲੈ ਦੋਵੇਂ ਮਹਿ रुद्र अवासा। जयपुर के राजे तुम दास, परवो खबर छिपर तिन पास, सकल भांत को देह गुजारा, समा बितावो बैठ सुखारा। ये कुछ समझ भी आउंदी आपां नूं ते कुछ नहीं भी समझ आउंदी, तो मैं तां नहीं अर्थ कीते भी कुछ जोर आप भी लाया करो समझण दा भी ये की भाव अर्थ होणगे। जमुना दे किनारे अपना डेरा कीता, उत्थे तह पुरे पालक सुन तिस बेरा, नगरपति हुंदा पालक राजा, वो भेट लैके आया, हाथ जोड़ के मत्था टेकिया दोवां मातावां नूं। करो माता जी पुर मैं बासा, माता जी आओ पुरी च आओ, लै दोवें मैं रुद्र अवासा। मकान दे सोहणे च लैके गया। जयपुर के राजे तुम दास, पर वो खबर छिपर तिन पास, इतला भेजनी। सो सकल भांत के को देह गुजारा, समा बितावो बैठ सुखारा। इम कह लै कर अंतर गयो, शुभ आवास में बासा कहो। क्योंकि जयपुर वाला राजा 8वें पातशाह तो लैके 7वें तो भी ये पहलां दे गुरु घर दे श्रद्धालु होए ने। सो सुनकर राजे ग्राम दुए दिए, लैकर पटे प्रावन किए, मथुरा निकट दए दोए ग्राम, सदन बनाए दिए अब्राहम। अब्राहम हुंदा सुंदर घर बनाते। अब लग मथुरा पुरे हवेली, दह दिस तहां पूरी मोए केली। इस करके दरसै तहां पूरी मोए केली। इस तरह दोवें मातावां कई साल इत्थे रहीआं ਅਤੇ ਹੁਣ तक इस हवेली का नाम मातावां दी हवेली करके ही प्रसिद्ध है। आपां उधर कदे गए नहीं, समा लग्या नहीं। चलो जदों समा आवेगा उहदी मेरी इच्छा ही रहिंदी कि सारियां ऐसियां चीजां इतिहासक जिथे नहीं संगत जा सकदी, कदे समा आवेगा बना के उन्हां दी वीडियो फिल्म बना के कोशिश तां करिए, पर काम ही इन्ने सौंपते आ भी आ कथा भी भरो, आ कथा भी भरो, आ भी बनाओ, आ भी बनाओ, ते इत्थे भी कथा करन आओ। फिर सारे थाई सारे काम नहीं हुंदे। सतगुरु किरपा करन, जिन्ना जोर लगदा ला रहे हैं। दिल्ली दे तख्त दा मालक मुहम्मद शाह रंगीला दे बण ते राजसी हालात फिर कुछ सुधरे, जिस ते मातावां संगतां दे सद्दे ते फिर मथुरा तो दिल्ली परत आईआं। इस वारी उन्हां ने कूचा दिलवाली सिंह दी थां तुर्कमान गेट ते जवाहर सिंह दी हवेली ठिकाणा कीता, जिथे अज तक माता सुंदरी जी दा गुरुद्वारा प्रसिद्ध है। गुरबाणी दे सहज संभाल भी कीते। दिल्ली दे तख्त ते सम्मत 1776 सन 1719 ईस्वी नूं मुहम्मद शाह रंगीला बैठा। ये बड़ा आराम तलब, ऐश प्रस्त ते राजसी झमेलियां तो बेखबर सी। उसदा एक वित्ती अहुदेदार राजा राम खत्री सी, जो गुरु घर दा श्रद्धालु सहजधारी सिख सी। ਉਹਨੇ ਬਾਦਸ਼ਾਹ ਨੂੰ ਗੁਰੂ ਘਰ ਵੱਲੋਂ ਬਹਾਦਰ ਸ਼ਾਹ ਤੇ ਕੀਤੀਆਂ ਮਿਹਰਬਾਨੀਆਂ ਦੀ ਵਾਰਤਾ ਸੁਣਾਈ ਅਤੇ ਮਾਤਾਵਾਂ ਦੇ ਸੰਕਟ ਤੇ ਨੁਕਸਾਨ ਦਾ ਜ਼ਿਕਰ ਕਰਕੇ ਉਸ ਨੂੰ ਮਾਤਾਵਾਂ ਦੀ ਮਦਦ ਕਰਨ ਲਈ ਪ੍ਰੇਰਿਆ। ਭਾਈ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਬਾਦਸ਼ਾਹ ਖੁਦ ਮਾਤਾਵਾਂ ਕੋਲ ਆਇਆ ਅਤੇ ਉਹਨੇ ਧਨ ਭੇਟ ਕਰਕੇ ਮਾਤਾਵਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤੀ। ਦਿਓ ਦਰਬ ਬੰਦਨ ਬਹੁ ਕੀਨ, ਮਾਈਆਂ ਖੁਸ਼ ਹੋਏ ਆਸੀਸ ਦੀਨ। ਅਸੀਸ ਦਿੱਤੀ, ਮਾਤਾਵਾਂ ਨੇ ਬਹੁਤ ਖੁਸ਼ ਹੋਈਆਂ।
इस तरह एक बार फिर मातावां ने सुख का साह लिया ते सिख संगतां दी आवाजाही शुरू हो गई, लंगर चलण लगे। माता साहिब कौर जी पहलां वांग ही शांत ते एकांत भजन बंदगी विच रहिंदे, जां फिर भाई मनी सिंह ਵੱਲੋਂ ਇਕੱਤਰ ਹੋਈ ਦਸ਼ਮੇਸ਼ ਦੀ ਬਾਣੀ ਨੂੰ ਭਾਈ ਸ਼ੀਹਾਂ ਤੋਂ ਸਿੰਘ ਤੋਂ ਲਿਖਵਾਉਂਦੇ ਅਤੇ ਸੰਗ੍ਰਹਿ ਕਰਦੇ ਸੀ। ਇਹ ਇੱਕ ਸਾਰੀਆਂ ਸੰਗਤਾਂ ਫਿਰ ਧਿਆਨ ਦੇਣ ਇਸ ਚੀਜ਼ ਵੱਲ। ਫਿਰ ਸੁਣੋ, ਮਾਤਾ ਸਾਹਿਬ ਕੌਰ ਜੀ ਪਹਿਲਾਂ ਵਾਂਗ ਹੀ ਸ਼ਾਂਤ ਤੇ ਇਕਾਂਤ ਭਜਨ ਬੰਦਗੀ ਵਿੱਚ ਰਹਿੰਦੇ, ਜਾਂ ਫਿਰ ਭਾਈ ਮਨੀ ਸਿੰਘ ਵੱਲੋਂ ਇਕੱਤਰ ਹੋਈ ਦਸ਼ਮੇਸ਼ ਦੀ ਬਾਣੀ, ਦਸਮ ਗ੍ਰੰਥ ਦੀ ਬਾਣੀ ਨੂੰ ਭਾਈ ਸ਼ੀਹਾਂ ਸਿੰਘ ਤੋਂ ਲਿਖਵਾਉਂਦੇ ਅਤੇ ਸੰਗ੍ਰਹਿ ਕਰਦੇ ਸਨ। ਸੋ ਇਸ ਪ੍ਰਕਾਰ ਦੇ ਨਾਲ ਇਹ ਸਾਰਾ ਕੁਝ ਬਹੁਤ ਵਿਚਾਰ ਕੇ ਜਿਹੜੀ ਚੀਜ਼ ਵਿਦਵਾਨਾਂ ਨੇ ਲਿਖੀ ਹੈ। ਤਾਂ ਮਥੁਰਾ ਬਾਰੇ ਥੋੜਾ ਜ਼ਿਕਰ ਕਰਦੀ ਕਿ ਮਥੁਰਾ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਹੈ। ਵਿਸ਼ਨੂੰ ਪੁਰਾਣ ਵਿੱਚ ਲਿਖਿਆ ਕਿ ਇੱਥੇ ਮਧੂ ਨਾਮੀ ਇੱਕ ਅਦੈਂਤ ਰਾਜ ਕਰਦਾ ਸੀ, ਜਿਸ ਤੋਂ ਇਸ ਨਗਰੀ ਦਾ ਨਾਮ ਮਧਪੁਰੀ ਹੋਇਆ। ਜਦ ਮਧੂ ਦੇ ਪੁੱਤਰ ਲਵਣ ਨੂੰ ਰਾਮਚੰਦਰ ਜੀ ਦੇ ਭਾਈ ਸ਼ਤਰੂਘਨ ਨੇ ਮਾਰ ਦਿੱਤਾ ਤਾਂ ਉਸਨੇ ਸ਼ਹਿਰ ਦਾ ਨਾਮ ਮਥੁਰਾ ਰੱਖ ਦਿੱਤਾ, ਜਿਸ ਤੋਂ ਮਥੁਰਾ ਬਣ ਗਿਆ। ਬਾਦਸ਼ਾਹ ਰੰਗਜੇਬ ਨੇ ਸਨ ਹਿਜਰੀ 1080 ਚ ਤੇ ਸਨ 1669 ਈਸਵੀ ਵਿੱਚ ਇਸ ਪੁਰੀ ਦਾ ਨਾਂ ਇਸਲਾਮਾਬਾਦ ਰੱਖਿਆ ਸੀ ਤੇ ਕੇਸ਼ਵ ਮੰਦਰ ਨੂੰ ਢਾਹ ਕੇ ਮਸੀਤ ਚਣਵਾਈ ਸੀ। ਇੱਥੇ ਗੁਰੂ ਨਾਨਕ ਦੇਵ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਨੇ ਚਰਨ ਪਾਏ ਨੇ। ਉਹ ਇਹਨਾਂ ਸਥਾਨਾਂ ਤੇ ਆਪਾਂ ਕਦੇ ਗਏ ਨਹੀਂ ਗੇ। ਦੇਖੋ ਕਿੰਨੇ ਪਾਤਸ਼ਾਹ ਆਏ। ਪਹਿਲੇ ਪਾਤਸ਼ਾਹ ਆਏ ਮਥੁਰਾ, 6ਵੇਂ ਪਾਤਸ਼ਾਹ ਆਏ, 9ਵੇਂ ਪਾਤਸ਼ਾਹ ਆਏ, 10ਵੇਂ ਪਾਤਸ਼ਾਹ ਆਏ, ਮਾਤਾਵਾਂ ਆਈਆਂ। ਇਸੇ ਕਰਕੇ ਇੱਧਰ ਸਿੱਖੀ ਪ੍ਰਫੁੱਲਤ ਹੋਈ ਸੀ ਅਤੇ ਦੋਹਾਂ ਮਾਤਾਵਾਂ ਨੇ ਇੱਥੇ ਸੰਕਟ ਦਾ ਸਮਾਂ ਵੀ ਬਤੀਤ ਜਿਹੜਾ ਸੀ ਸਮਾਂ ਕੀਤਾ ਸੀ। ਭਾਈ ਮਨੀ ਸਿੰਘ ਜੀ ਦੀ 22 ਵਿਸਾਖ 1768 ਨੂੰ ਅੰਮ੍ਰਿਤਸਰ ਤੋਂ ਮਾਤਾਵਾਂ ਨੂੰ ਲਿਖੀ ਇੱਕ ਚਿੱਠੀ ਤੋਂ ਵੀ ਇਸ ਦੇ ਸੰਕੇਤ ਮਿਲਦੇ ਨੇ। ਇਹ ਵੀ ਪਤਾ ਚੱਲਦਾ ਹੈ ਕਿ ਮੁਗਲਾਂ ਹੱਥੋਂ ਸਿੱਖਾਂ ਦੇ ਅਤਿਆਚਾਰ ਵੱਧ ਚੁੱਕੇ ਸਨ ਅਤੇ ਸਿੰਘ ਸ਼ਹਿਰਾਂ ਦੀ ਥਾਂ ਜੰਗਲਾਂ ਵਿੱਚ ਵਾਸਾ ਕਰ ਚੁੱਕੇ ਸਨ। ਭਾਈ ਮਨੀ ਸਿੰਘ ਦੀ ਚਿੱਠੀ ਇਸ ਤਰ੍ਹਾਂ ਲਿਖੀ ਹੋਈ ਹੈ, ਸੁਣੋ ਧਿਆਨ ਨਾਲ। ਇੱਕ ਓੰਕਾਰ ਅਕਾਲ ਸਹਾਇ। ਪੂਜਿਆ ਮਾਤਾ ਜੀ ਦੇ ਚਰਨਾਂ ਪਰ ਮਨੀ ਸਿੰਘ ਦੀ ਡੰਡੌਤ ਬੰਦਨਾ। ਬਹੁਰੋ ਸਮਾਚਾਰ ਵਚਨਾ ਕਿ ਇੱਕ ਇਧਰ ਆਉਣ ਤੋਂ ਸਾਡਾ ਸਰੀਰ ਵਾਯੂ ਦਾ ਅਧਿਕ ਵਿਕਾਰੀ ਹੋਏ ਗਿਆ ਹੈ, ਬਹਿਬਾਦੀ ਹੋ ਗਈ ਸੀ। ਤਾਂ ਥੋੜਾ ਜਿਹਾ ਢਿੱਲਾ ਵੀ ਰਹਿੰਦਾ ਸੀ ਭਾਈ ਮਨੀ ਸਿੰਘ ਦਾ ਸਰੀਰ। ਕਹਿੰਦੇ ਸਵਸਥ ਨਹੀਂ ਰਿਹਾ ਕਿਉਂਕਿ ਉੱਥੋਂ ਦਾ ਪਾਣੀ ਰਾਸ ਨਹੀਂ। ਥੋੜਾ ਜਿਹਾ ਤਾਪ ਕੀ ਕਥਾ 2 ਵਾਰੀ ਸੁਣੀ ਪਰ ਮੰਦਰ ਦੀ ਸੇਵਾ में ਕੋਈ ਆਲਕ ਨਹੀਂ ਹੈ। ਸੋ ਇਸ ਕਰਕੇ ਤਾਪ ਦੀ ਕਥਾ ਜਿਹੜੀ ਤੀਜੇ ਪਾਤਸ਼ਾਹ ਵਾਲੀ ਸੀ ਉਹ ਕਹਿੰਦੇ ਮੈਂ ਸੁਣੀ ਵੀ ਹੈ। ਤੇ ਦੇਸ਼ ਵਿੱਚ ਖਾਲਸੇ ਦਾ ਬਲ ਛੁੱਟ ਗਿਆ ਹੈ। ਸਿੰਘ पर्वतां बना ਵਿੱਚ जाए बसे हैं। मलेशियों की देश में 2 ही है, बस्ती में बालक जवान स्त्री सलामत नहीं। ਪੁੱਛ ਕਰ ਮਾਰਦੇ ਹਨ। ਗੁਰੂ ਦਰੋਹੀ ਵੀ ਉਹਨਾਂ ਦੇ ਸੰਗ ਮਿਲ ਗਏ ਹੈ, ਸੋ ਮੁਤਸਦੀ ਭਾਗ ਗਏ ਹਨ। ਸਾਡੇ ਪਰ ਅਭੀ ਤੋਂ ਅਕਾਲ ਦੀ ਰੱਛਾ ਹੈ, ਕੱਲ ਕੀ ਖਬਰ ਨਹੀਂ। ਸਾਹਿਬਾਂ ਦਾ ਹੁਕਮ ਅਟਲ ਹੈ। ਵਿਨੋਦ ਸਿੰਘ ਦੇ ਪੁੱਤਰੇਲੇ ਦਾ ਹੁਕਮ ਸੱਤ ਹੋਏ ਗਿਆ, ਭਾਵ ਉਹ ਵਿਨੋਦ ਸਿੰਘ ਦਾ ਪੁੱਤਰ ਸੀ, ਚੜਾਈ ਕਰ ਗਿਆ। ਇਹਦਾ ਮਤਲਬ ਇਹ ਹੁੰਦਾ ਪੋਥੀਆਂ ਜੋ ਝੰਡਾ ਸਿੰਘ ਦੇ ਹੱਥ ਦੇ ਕੇ ਭੇਜੀ, ਉਹਨਾਂ ਵਿੱਚ ਸਾਹਿਬਾਂ ਦੇ 303 ਚਰਿੱਤਰ ਉਹ ਪਖਿਆਲੇ ਪੋਥੀ ਜੋ ਹੈ ਸ਼ੀਆ ਸਿੰਘ ਨੂੰ ਮਹਿਲ ਵਿੱਚ ਦੇਣਾ ਜੀ। ਨਾਮ ਮਾਲਾ ਦੀ ਪੋਥੀ ਦੀ ਖਬਰ ਮਿਲੀ ਨਹੀਂ। ਇਹ ਵੀ ਇੱਕ 10ਵੇਂ ਪਾਤਸ਼ਾਹ ਵੇਲੇ ਦੀ ਪੋਥੀ ਹੈ। ਇਹ 303 ਚਰਿੱਤਰ ਲਿਖੇ ਮਿਲੇ ਸੀ। ਇਹ ਜੇ ਤੁਸੀਂ ਦੇਖੋ ਮਹਾਰਾਜਾ ਨਾਭਾ ਦਾ ਜਿਹੜਾ ਸਾਰਾ ਮਹਾਨ ਕੋਸ਼ ਵਿੱਚ ਲਿਖਿਆ, ਉੱਥੇ ਕਾਫੀ ਕੁਝ ਜਾਣਕਾਰੀ ਹੈ ਮਹਾਨ ਕੋਸ਼ ਦੇ ਵਿੱਚ। ਸੋ ਕ੍ਰਿਸ਼ਨ ਅਵਤਾਰ 10ਵੇਂ ਪਾਤਸ਼ਾਹ ਲਿਖਿਆ ਦਾ ਪੂਰਬਰਧ ਮਿਲਾ, ਉਤਰਾਰਧ ਨਹੀਂ ਮਿਲਿਆ। ਜਦੋਂ ਮਿਲਾ ਅਸੀਂ ਭੇਜ ਦੇਵਾਂਗੇ। ਦੇਸ਼ ਵਿੱਚ ਗੋਗਾ ਹੈ ਕਿ ਬੰਦਾ ਬੰਧਨ ਮੁਕਤ ਹੋਏ ਭਾਗ ਗਿਆ ਹੈ। ਗੋਗਾ ਮਤਲਬ ਦੇਸ਼ ਦੇ ਵਿੱਚ ਰੌਲਾ ਪਿਆ ਹੋਇਆ, ਪੁਰਾਣੀ ਬੋਲੀ ਹੈ ਨਾ। ਸਾਹਿਬ ਬੌੜੀ ਕਰਨਗੇ ਤੋਲਾਪੁਰ ਸੋਨਾ, ਸਾਹਿਬਜ਼ਾਦੇ ਦੀ ਘਰਨੀ ਕੇ ਆ ਭੁੱਖਾਂ ਲਈ ਗੁਰੂ ਕਿਆਂ ਖੰਡੂਰ ਸੇ ਭੇਜਿਆ। 17 ਤੋਲਾ ਸੋਨਾ ਭੇਜਿਆ ਸੀਗਾ।
ਸਾਹਿਬਜ਼ਾਦੇ ਦੀ ਘਰੋਂ ਜਿਹੜਾ ਅਜੀਤ ਸਿੰਘ ਪਾਲਕ ਸ਼ਾਇਦ ਉਹਦੇ ਲਈ ਭੇਜਿਆ ਹੋਣਾ। ਅੱਗੇ ਲਿਖਿਆ 17 ਰਜਤਪਣ ਵੀ ਝੰਡਾ ਸਿੰਘ ਬਰਪਾਨੇ 17 ਰਜਤਪਣ ਮਤਲਬ ਰਜਤ ਨਾਮ ਚਾਂਦੀ ਦਾ, ਰਜਤਪਣ 17 ਰੁਪਏ ਚਾਂਦੀ ਦੇ ਵੀ ਝੰਡਾ ਸਿੰਘ ਬਰਪਾਨੇ, ਔਰ 5 ਰਜਤਪਣ ਇਸੇ ਤੋਸਾ ਦੀਆਂ ਤੇ 5 ਰੁਪਏ ਹੋਰ ਇਹ ਚ ਜੋੜ ਲਓ, 5 ਰੁਪਏ ਹੋਰ ਵੀ ਭੇਜੇ ਆ। ਇਸ ਨੂੰ ਬਦਰਕਾ भी है, इससे उठ जाएगा, मुफ्त दियो ने हिसाब नहीं दिया, जो देंदे तो बड़े शहर से हुंडी किराए भेज दे, साडे शरीर की रक्षा रही तो कुआर दे महीने आवांगे। ये पुरानियां बोलियां ने सारियां। मिति विसाख 22, दस्खत मनी सिंह गुरु ਚੱਕ ਬੁੰਗਾ ਜਵਾਬ ਪੋਰੀ ਮੈਂ। ਸੋ ਇਹ ਲਿਖਿਆ ਹੋਇਆ। ਇਹ ਖਾਲਸੇ ਦੀ ਮਾਤਾ ਪੁਸਤਕ ਹੋਰ ਵੀ ਗਿਆਨੀ ਹਰੀ ਸਿੰਘ ਸਲਾਰ ਨੇ ਜਿਹੜੀ ਲਿਖੀ ਉਹਦੇ ਵਿੱਚ ਇਹ ਚੀਜ਼ਾਂ ਆਈਆਂ 168-69 ਪੇਜ ਤੇ। ਭਾਈ ਸਾਹਿਬ ਦੀ ਚਿੱਠੀ ਤੋਂ ਪ੍ਰਗਟ ਹੁੰਦਾ ਕਿ ਉਹ ਦੋਵਾਂ ਮਾਤਾਵਾਂ ਮਾਤਾ ਸਾਹਿਬ ਕੌਰ ਜੀ ਅਤੇ ਮਾਤਾ ਸੁੰਦਰ ਕੌਰ ਜੀ ਨੂੰ ਇੱਕੋ ਰੂਪ ਸਮਝ ਕੇ ਸਤਿਕਾਰ ਕਰਦੇ ਸਨ। ਦੂਜਾ ਭਾਈ ਮਨੀ ਸਿੰਘ ਜੀ ਵੀ ਬਿਮਾਰੀ ਦੇ ਸ਼ਿਕਾਰ ਹੋ ਚੁੱਕੇ ਸਨ। ਤੀਜਾ ਸਿੱਖਾਂ ਨੂੰ ਮਲੇਸ਼ ਹਾਕਮਾਂ ਵੱਲੋਂ ਚੁਣ ਕੇ ਮਾਰਨ ਦੀ ਮੁਹਿੰਮ ਚੱਲ ਚੁੱਕੀ ਸੀ। ਸੋ ਜਿਸ ਦੇ ਡਰੋਂ ਦਰਬਾਰ ਸਾਹਿਬ ਮੁਤਸਦੀ ਭਾਵ ਮਹੰਤ ਵੀ ਨੱਸ ਗਏ ਸਨ ਅਤੇ ਉਹ ਹਿਸਾਬ ਵੀ ਨਹੀਂ ਦੇ ਕੇ ਗਏ। ਪੋਥੀਆਂ ਲੱਭ ਕੇ ਭਾਈ ਸਾਹਿਬ ਨੇ ਮਾਤਾਵਾਂ ਨੂੰ ਭੇਜੀਆਂ ਜੋ ਮਾਤਾ ਸਾਹਿਬ ਕੌਰ ਨੇ ਮੰਗਵਾਈਆਂ। ਉਹਨਾਂ ਨੇ ਬੰਦਾ ਸਿੰਘ ਬਹਾਦਰ ਦੇ ਭੱਜ ਜਾਣ ਦਾ ਵੀ ਇਸ਼ਾਰਾ ਦਿੱਤਾ ਹੈ। ਖੰਡੂਰ ਦੀ ਸੰਗਤ ਵੱਲੋਂ ਮਾਤਾ ਦੇ ਪਾਲਤੂ ਪੁੱਤਰ ਅਜੀਤ ਸਿੰਘ ਦੀ ਪਤਨੀ ਦੇ ਜੇਵਰਾਂ ਲਈ ਭੇਜੇ ਸੋਨੇ ਦਾ ਵੀ ਜ਼ਿਕਰ ਆਇਆ ਤੇ ਲਿਖਿਆ ਕਿ ਸਾਹਿਬਜ਼ਾਦੇ ਦੀ ਘਰਨੀ ਦੇ ਆ ਭੂਖਣ ਲਈ ਭੇਜੇ। ਸਾਹਿਬਜ਼ਾਦੇ ਦੀ ਘਰ ਵਾਲੀ ਜਿਹੜੀ ਆ ਉਹਦੇ ਵਾਸਤੇ ਕਿ ਭੇਜੇ ਸੰਗਤ ਨੇ ਗਹਿਣੇ ਬਣਾਉਣ ਨੂੰ। ਇਹ ਪੁਰਾਣੀਆਂ ਬੋਲੀਆਂ, ਪੁਰਾਣੀਆਂ ਚੀਜ਼ਾਂ, ਕਈ ਚੀਜ਼ਾਂ ਐਸੀਆਂ ਹਨ। ਤੋ ਇਹ ਚਿੱਠੀ ਭਾਈ ਮਨੀ ਸਿੰਘ ਨੇ ਮਾਤਾ ਸਾਹਿਬ ਕੌਰ ਦੇ ਇੱਕ ਹੁਕਮਨਾਮੇ ਦੇ ਉੱਤਰ ਵਿੱਚ ਲਿਖੀ ਸੀ। ਇਸੇ ਲਈ ਅਖੀਰ ਵਿੱਚ ਲਿਖਿਆ ਜਵਾਬ ਪੋਰੀ ਮੈਂ। ਉਸ ਵੇਲੇ ਚਿੱਠੀ ਦੇ ਰਾਹ ਵਿੱਚ ਗੁੰਮ ਹੋਣ ਜਾਂ ਹਾਕਮਾਂ ਵੱਲੋਂ ਖੋਏ ਜਾਣ ਦੇ ਡਰੋਂ ਬਚਾਅ ਲਈ ਲੱਕੜ ਦੀ ਪੋਰੀ ਵਿੱਚ ਛਪਾ ਕੇ ਭੇਜਦੇ ਸੀ। ਇਹ ਹੁੰਦਾ ਸੀ ਗੁੰਮ ਨਾ ਹੋ ਜਾਏ ਚੀਜ਼। ਲੱਕੜ ਦੀ ਪੋਰੀ ਭਾਵ ਅੰਦਰੋਂ ਜਿਵੇਂ ਬਾਂਸ ਹੁੰਦਾ, ਬਾਂਸ ਅੰਦਰੋਂ ਨਾ ਖੋਖਲਾ ਹੁੰਦਾ। ਜਦ ਚਿੱਠੀ ਭੇਜਣੀ ਤਾਂ ਉਹ ਬਾਂਸ ਦੇ ਡੰਡੇ 'ਚ ਗੋਲ ਕਰਕੇ ਪਾ ਦੇਣੀ ਤੇ ਉੱਤੋਂ ਬੰਦ ਕਰ ਦੇਣਾ। ਪੈਸੇ ਵੀ ਪਹਿਲਾਂ ਲੋਕ ਇਸ ਤਰ੍ਹਾਂ ਹੀ ਲਿਜਾਂਦੇ ਹੁੰਦੇ ਸੀ, ਬਾਂਸ ਲਈ ਕਹਿੰਦੇ ਉਹ ਲੱਕ ਦੁਆਲੇ ਬੰਨ੍ਹ ਲੈਂਦੇ ਹੁੰਦੇ ਸੀ। ਇਤਿਹਾਸ ਅਨੁਸਾਰ ਦੋਹਾਂ ਮਾਤਾਵਾਂ ਨੇ ਦਸ਼ਮੇਸ਼ ਜੀ ਦੀ ਆਪਣੀ ਰਚਨਾ ਅਤੇ ਉਹਨਾਂ ਵੱਲੋਂ ਹੋਰ ਕਵੀਆਂ ਤੋਂ ਰਚਨਾਵਾਂ ਕਥਾਵਾਂ ਆਦਿ ਨੂੰ ਇਕੱਤਰ ਕਰਵਾ ਕੇ ਸੰਚਿਤ ਕਰਨ ਵੱਲ ਵਧੇਰੇ ਧਿਆਨ ਦਿੱਤਾ। ਗੁਰੂ ਜੀ ਦੇ ਦਰਬਾਰੀ ਕਵੀਆਂ ਦੀਆਂ ਜੋ ਰਚਨਾਵਾਂ ਸ੍ਰੀ ਆਨੰਦਪੁਰ ਸਾਹਿਬ ਛੱਡਣ ਸਮੇਂ ਗੁੰਮ ਹੋਈਆਂ ਸਨ, ਉਹ ਸਭ ਖੋਜ ਕਰਕੇ ਇਕੱਠੀਆਂ ਕਰਵਾਈਆਂ ਤੇ ਦਸਮ ਗ੍ਰੰਥ ਦੀ ਬੀੜ ਤਿਆਰ ਕਰਵਾਈ। ਭਾਈ ਕਾਹਨ ਸਿੰਘ ਜੀ ਮਹਾਨ ਕੋਸ਼ ਵਿੱਚ ਦਸਮ ਗ੍ਰੰਥ ਸੰਬੰਧੀ ਜਾਣਕਾਰੀ ਦਿੰਦੇ ਹੋਏ ਇਹ ਲਿਖਦੇ ਆ ਕਿ ਮਾਤਾ ਸੁੰਦਰੀ ਜੀ ਦੀ ਆਗਿਆ ਅਨੁਸਾਰ ਸੰਮਤ 1778 ਬਿਕਰਮੀ ਵਿੱਚ ਭਾਈ ਮਨੀ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਗ੍ਰੰਥੀ ਥਾਪੇ ਗਏ। ਭਾਈ ਸਾਹਿਬ ਨੇ ਇਹ ਸੇਵਾ ਬਹੁਤ ਉੱਤਮ ਰੀਤੀ ਨਾਲ ਨਿਭਾਈ ਅਤੇ ਸਿੱਖ ਧਰਮ ਦਾ ਪ੍ਰਚਾਰ ਚੰਗੀ ਤਰ੍ਹਾਂ ਕੀਤਾ। ਇਸ ਅਧਿਕਾਰ ਵਿੱਚ ਹੋਰ ਪੁਸਤਕ ਰਚਣ ਤੋਂ ਛੁੱਟ ਭਾਈ ਸਾਹਿਬ ਨੇ ਇੱਕ ਚੰਗੀ ਬੀੜ ਸਰੂਪ ਮਹਾਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਾਈ, ਜਿਸ ਵਿੱਚ ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਤੇ ਭਗਤਾਂ ਦੀ ਬਾਣੀ ਇੱਕ ਇੱਕ ਥਾਂ ਅਲੱਗ ਕਰਕੇ ਲਿਖੀ। ਇਹ ਜਿਹੜੀਆਂ ਆਪਾਂ ਸੰਥਿਆ ਕਰਦੇ ਸਿੰਘਾਂ ਨੂੰ ਪਤਾ, 5 ਗ੍ਰੰਥੀ 22 ਵਾਰਾਂ ਅਲੱਗ ਲਿਖੀਆਂ ਤਾਂ ਕਿ ਸੰਥਿਆ ਨੂੰ ਸੌਖਾ ਰਹੇ। ਭਗਤ ਬਾਣੀ ਲਿਖੀ, ਸੈਂਚੀਆਂ ਬਣਾਈਆਂ, ਪੋਥੀਆਂ ਨਿਤਨੇਮ ਦੀਆਂ ਰਚੀਆਂ। ਇਸ ਤੋਂ ਇਲਾਵਾ ਵੱਡੇ ਯਤਨ ਨਾਲ ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ ਅਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਇਕੱਤਰ ਕਰਕੇ ਇੱਕੋ ਜਿਲਦ 10ਵੇਂ ਪਾਤਸ਼ਾਹ ਦਾ ਗ੍ਰੰਥ ਨਾਂ ਕਰਕੇ ਲਿਖੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੌਥਾ ਸਰੂਪ ਜੋ ਹੈ ਗੁਰੂ ਅਰਜਨ ਦੇਵ ਜੀ ਰਚਨਾ ਦੇ ਵਿਰੁੱਧ ਦੇਖ ਕੇ ਪੰਥ ਦਾ ਭਾਈ ਸਾਹਿਬ ਤੇ ਵੱਡਾ ਕਰੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪਰਮਾਣ ਕੀਤੀ। ਸੰਮਤ 1794 ਵਿੱਚ ਭਾਈ ਮਨੀ ਸਿੰਘ ਜੀ ਸਿੱਖੀ ਦਾ ਸੱਚਾ ਨਮੂਨਾ ਦੱਸ ਕੇ ਲਾਹੌਰ ਵਿੱਚ ਸ਼ਹੀਦ ਹੋਏ। ਉਹਨਾਂ ਦੇ ਦੇਹਾਂਤ ਅਤੇ ਪੰਥ ਨੇ ਦਸਮ ਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦਿਆ ਦੀ ਟਕਸਾਲ ਸਿੱਖਾਂ ਦੀ ਕਾਂਸ਼ੀ ਕਰਕੇ ਪ੍ਰਸਿੱਧ ਸੀ, ਵਿਚਾਰ ਲਈ ਭੇਜ ਦਿੱਤਾ। ਖਾਲਸਾ ਦੀਵਾਨ ਵਿੱਚ ਇਸ ਬੀੜ ਤੇ ਚਰਚਾ ਹੋਈ
ਕੁਝ ਨੇ ਕਿਹਾ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ, ਇੱਕ ਜਿਲਦ ਵਿੱਚ ਹੀ ਸਭ ਦਾ ਇਕੱਤਰ ਕਰ ਰਹਿਣਾ ਠੀਕ ਹੈ। ਕਈਆਂ ਨੇ ਆਖਿਆ ਕਿ ਉਸ ਸਰੂਪ ਦੀਆਂ ਪੋਥੀਆਂ ਰਹਿਣ ਜਿਨ੍ਹਾਂ ਦਾ ਅਧਿਕਾਰ ਅਨੁਸਾਰ ਗੁਣੀ ਗਿਆਨੀ ਵਿਦਿਆਰਥੀ ਪਠਨ ਪਾਠਨ ਕਰ ਸਕਣ। ਬਹੁਤਿਆਂ ਨੇ ਆਖਿਆ ਕਿ ਇਹਦੀਆਂ 2 ਜਿਲਦਾਂ ਬਣਾਈਆਂ ਜਾਣ, ਇੱਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਸ਼੍ਰੀ ਮੁਖਵਾਕ ਰਚਨਾ ਜੋ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ, ਅਤੇ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਣ। ਬਹੁਤਿਆਂ ਨੇ ਰਾਏ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀ ਸਿੰਘ ਜੀ ਦੀ ਲਿਖੀਆਂ ਜਾਣੋ ਕੀ ਤਿਉਂ ਰਹਿਣ, ਜਿਵੇਂ ਲਿਖੀਆਂ ਉਵੇਂ ਰਹਿਣ, ਪਰ ਚਰਿੱਤਰ ਅਤੇ ਜਫਰਨਾਮੇ ਦੇ ਨਾਲ ਜੋ 11 ਹਦਾਇਤਾਂ ਲਿਖੀਆਂ ਉਹ ਬੀੜ ਤੋਂ ਅਲੱਗ ਕੀਤੀਆਂ ਜਾਣ। ਇਸ ਤਰ੍ਹਾਂ ਮਾਤਾਵਾਂ ਨੇ ਗੁਰੂ ਦੀ ਬਾਣੀ ਅਤੇ ਸਹਿਤ ਸੰਭਾਲ ਦਾ ਕੰਮ ਬੜੀ ਲਗਨ ਨਾਲ ਆਪ ਕਰਵਾਇਆ, ਪਰ ਮਾਤਾਵਾਂ ਮੰਨੀਆਂ ਨਹੀਂ। ਉਹ ਕਹਿੰਦੇ ਨਹੀਂ, ਜੋ ਸਾਹਿਬਾਂ ਨੇ ਲਿਖਿਆ ਸਾਰਾ ਇਕੱਤਰ ਰੱਖਣਾ। ਸੋ ਸਿੱਖ ਇਤਿਹਾਸ ਦਾ ਖਜ਼ਾਨਾ ਸਮਝਣਾ ਚਾਹੀਦਾ। ਮਾਤਾਵਾਂ ਦੀ ਇਹ ਦੇਣ ਪੰਥ ਕਦੇ ਭੁਲਾ ਨਹੀਂ ਸਕਦਾ। ਸੋ ਸੰਗਤ ਨੇ ਮਾਤਾ ਸਾਹਿਬ ਕੌਰ ਜੀ ਦੇ ਅੰਤਮ ਦਰਸ਼ਨ ਮਾਘ ਇਕਾਦਸ਼ੀ ਸੰਮਤ 1804 ਬਿਕਰਮੀ ਨਵੰਬਰ 1747 ਈਸਵੀ ਨੂੰ ਕੀਤੇ। ਉਸ ਦਿਨ ਸਰੀਰਕ ਚੋਲਾ ਛੱਡਣ ਲਈ ਮਾਤਾ ਜੀ ਨੇ ਮਨ ਬਣਾਇਆ ਤੇ ਵੱਡੀ ਭੈਣ ਮਾਤਾ ਸੁੰਦਰ ਕੌਰ ਨੂੰ ਕਿਹਾ ਕਿ ਉਹਨਾਂ ਦਾ ਸਰੀਰ ਅਕਾਲ ਪੁਰਖ ਦੀ ਬਖਸ਼ੀ ਉਮਰ ਭੋਗ ਚੁੱਕਿਆ, ਅੰਗਣ ਘਾਲੇ ਸਭ ਦਿਵਸ ਸਾਸ ਨੇ ਵੱਢਣ ਘਟਨ ਤਿਲ ਸਾਰ। ਸੋ ਉਹਨਾਂ ਨੇ ਭੈਣ ਕੋਲ ਇੱਛਾ ਪ੍ਰਗਟ ਕੀਤੀ ਕਿ ਸਰੀਰ ਛੱਡ ਕੇ ਮੈਂ ਆਪਣੇ ਗੁਰਪਤੀ ਦੇ ਚਰਨਾਂ 'ਚ ਜਾ ਰਹੀ ਹਾਂ। ਮੇਰੇ ਸਰੀਰ ਦਾ ਅੰਤਮ ਸੰਸਕਾਰ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪਵਿੱਤਰ ਸਥਾਨ ਬਾਲਾ ਸਾਹਿਬ 'ਚ ਕੀਤਾ ਜਾਵੇ। ਅੱਜ ਵੀ ਜਾ ਕੇ ਦਰਸ਼ਨ ਕਰ ਸਕਦੇ ਹਾਂ ਬਾਲਾ ਸਾਹਿਬ ਆਪਾਂ। ਮਾਤਾ ਜੀ ਦਾ ਉੱਥੇ ਸੰਸਕਾਰ ਦੋਨਾਂ ਦਾ ਉੱਥੇ ਹੋਇਆ ਹੋਇਆ। ਮਾਤਾ ਜੀਤ ਕੌਰ ਦਾ ਸੰਸਕਾਰ ਸ੍ਰੀ ਅਨੰਦਪੁਰ ਸਾਹਿਬ ਦੱਸਿਆ ਅਗੰਮਪੁਰਾ ਜਿੱਥੇ ਉੱਥੇ ਹੋਇਆ ਹੋਇਆ। ਮਾਤਾ ਜੀ ਨੇ ਨਿਤ ਕਿਰਿਆ ਅਨੁਸਾਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ, ਪਾਠ ਕਰਕੇ ਸ਼ਸਤਰਾਂ ਦੀ ਪੂਜਾ ਕੀਤੀ ਅਤੇ ਕਮਜ਼ੋਰ ਹੱਥਾਂ ਨਾਲ ਸ਼ਸਤਰਾਂ ਨੂੰ ਪਰਸ ਕੇ ਸ਼ਸਤਰਾਂ ਦੇ ਪਲੰਘ ਨੇੜੇ ਹੀ ਚਾਦਰ ਨਾਲ ਮੁੱਖ ਢੱਕ ਕੇ ਲੇਟੇ ਅਤੇ ਸਦਾ ਦੀ ਵਾਸਤੇ ਲੀਨ ਹੋ ਗਏ ਪਰਮੇਸ਼ਰ ਵਿੱਚ। ਤੇ ਇਸ ਪ੍ਰਕਾਰ ਮਾਤਾ ਜੀ ਨੇ ਇਹ ਜਿਹੜਾ 5 ਭੂਤ ਕਚੋਲਾ ਸੀਗਾ ਉਹ ਤਿਆਗ ਦਿੱਤਾ। ਭਾਈ ਸੰਤੋਖ ਸਿੰਘ ਜੀ ਲਿਖਦੇ, ਇਸ ਵਿਦ ਕੇਤਕ ਸਮਾਂ ਬਤਾਵਾ ਸੋ ਪੁਨ ਦਿਨ ਅੰਤ ਆਏ ਨਿਹਰਾਵਾ, ਤਿਥ ਇਕਾਦਸ਼ੀ ਮੈਂ ਤਜ ਪ੍ਰਾਣ ਪਹੁੰਚੀ ਪਤ ਟਿਗ ਠਾਨ ਧਿਆਨ। ਪਤੀ ਕੋਲ ਪਹੁੰਚ ਗਏ ਆਪ। ਮਾਤਾ ਜੀ ਦੇ ਪ੍ਰਲੋਕ ਗਮਨ ਦੀ ਖਬਰ ਸੁਣ ਕੇ ਸੰਗਤ ਭਾਰੀ ਗਿਣਤੀ ਜਮ੍ਹਾਂ ਹੋ ਗਈ। ਸਾਰੀ ਸੰਗਤ ਉਹਨਾਂ ਦੇ ਗੁਣ, ਉਪਦੇਸ਼ ਅਤੇ ਪਿਆਰ ਨੂੰ ਯਾਦ ਕਰਕੇ ਮਨ ਨੂੰ ਧਰਵਾਸ ਦੇ ਰਹੀ ਸੀ। ਮਾਤਾ ਦਾ ਸਰੀਰ ਮਹਲ ਦੇ ਵਿਹੜੇ ਵਿੱਚ ਸੁਸ਼ੋਭਿਤ ਕੀਤਾ ਗਿਆ, ਜਿੱਥੇ ਨਿਕਟਵਰਤੀ ਸਿੰਘਾਂ ਤੇ ਹੋਰ ਸੰਗਤਾਂ ਨੇ ਚਰਨ ਪਰਸ ਕੇ ਫੁੱਲ ਮਾਲਾਵਾਂ ਚੜਾਈਆਂ ਅਤੇ ਮਾਤਾ ਜੀ ਦੇ ਅੰਤਮ ਦਰਸ਼ਨ ਕੀਤੇ। ਮਾਤਾ ਸੁੰਦਰ ਕੌਰ ਨੇ ਬਾਲਾ ਸਾਹਿਬ ਵਿੱਚ ਚਿਖਾ ਤਿਆਰ ਕਰਾਈ ਅਤੇ ਬਾਣੀ ਦਾ ਕੀਰਤਨ ਤੇ ਅਰਦਾਸ ਕਰਕੇ ਉਹਨਾਂ ਦਾ 5 ਭੂਤਕ ਸਰੀਰ ਅਗਨੀ ਸਪੁਰਦ ਕਰ ਦਿੱਤਾ। ਸ੍ਰੀ ਹਰਿਕ੍ਰਿਸ਼ਨ ਦੇਵਰੇ ਪਾਸ ਤੈ ਸੰਸਕਾਰੀ ਹੋਏ ਗੰਦਾਸ। ਰਸਮ ਅਨੁਸਾਰ ਮਾਤਾ ਸੁੰਦਰ ਕੌਰ ਨੇ ਅੰਗੀਠੇ ਦੀ ਵਿਭੂਤੀ ਇਕੱਠੀ ਕਰਵਾ ਕੇ ਗਾਗਰ 'ਚ ਪਾ ਕੇ ਉੱਥੇ ਹੀ ਧਰਤੀ 'ਚ ਦੱਬ ਦਿੱਤੀ, ਉੱਪਰ ਇੱਕ ਚਬੂਤਰਾ ਬਣਵਾਤਾ। ਸੰਮਤ 1847 1790 ਈਸਵੀ ਵਿੱਚ ਖਾਲਸੇ ਨੇ ਜਦੋਂ ਪੰਜਾਬ ਫਤਿਹ ਕੀਤਾ ਤਾਂ ਕਰੋੜੀਆ ਮਿਸਲ ਦੇ ਸਰਦਾਰ ਬਘੇਲ ਸਿੰਘ ਨੇ ਖਾਲਸੀ ਫੌਜਾਂ ਦੀ ਮਦਦ ਨਾਲ ਦਿੱਲੀ ਫਤਿਹ ਕਰ ਲਈ। ਉਸ ਵੇਲੇ ਸ਼ਾਹ ਆਲਮ ਤਖਤ ਉੱਤੇ ਸੀ। ਉਸ ਨੇ ਆਪਣੇ ਸੂਝਵਾਨ ਵਜ਼ੀਰ ਸਵਾਦਤ ਅਲੀ ਅਤੇ ਬੇਗਮ ਸਿਮਰੂ ਨੂੰ ਵਿੱਚ ਪਾ ਕੇ ਸਿੰਘਾਂ ਨਾਲ ਸ਼ਰਤੇ ਸਮਝੌਤਾ ਕੀਤਾ ਕਿ ਦਿੱਲੀ ਵਿੱਚ ਗੁਰਾਂ ਦੇ ਇਤਿਹਾਸਕ ਸਥਾਨ ਜਿਨ੍ਹਾਂ ਉੱਤੇ ਮੁਸਲਮਾਨਾਂ ਨੇ ਕਬਜ਼ੇ ਕੀਤੇ ਹੋਏ ਹਨ, ਖਾਲਸੇ ਦੇ ਪ੍ਰਬੰਧ ਹੇਠ ਲਿਆ ਕੇ ਉੱਥੇ ਸਰਕਾਰੀ ਖਰਚ ਨਾਲ ਗੁਰਦੁਆਰੇ ਬਣਾਏ ਜਾਣਗੇ। ਨਾਲ ਹੀ ਖਾਲਸੀ ਫੌਜਾਂ ਦੇ ਪੰਜਾਬ ਤੋਂ ਆਉਣ ਜਾਣ ਦੇ ਖਰਚੇ ਤੇ ਹੋਰ ਸਹਾਇਤਾ ਵਜੋਂ 3 ਲੱਖ ਰੁਪਏ ਦਿੱਤੇ। ਭਾਈ ਬਘੇਲ ਸਿੰਘ ਨੇ ਪੰਥ ਦੀ ਪ੍ਰਵਾਨਗੀ ਨਾਲ ਦਿੱਲੀ ਦੇ ਗੁਰਦੁਆਰੇ ਬਣਵਾਏ। ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਅਤੇ ਦੋਹਾਂ ਮਾਤਾਵਾਂ ਦੇ ਸੰਸਕਾਰ ਸਥਾਨ ਬਾਲਾ ਸਾਹਿਬ ਵਿੱਚ ਸਮਾਧੀਆਂ ਚਣਵਾ ਕੇ ਗੁਰਦੁਆਰਾ ਬਣਵਾਇਆ। ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਵਿੱਚ ਸਰਦਾਰ ਬਘੇਲ ਸਿੰਘ ਦੀ ਸੇਵਾ ਸੰਬੰਧੀ ਲਿਖਦੇ ਆ ਵੀ ਮਾਤਾ ਸੁੰਦਰੀ ਸਾਹਿਬ ਦੇਵੀ ਰਹੇ ਮਹਿਲ ਜਿਸ ਮੈਂ ਅਭੇਵੀ, ਪੀੜੇ ਦੋਨੋਂ ਕੇ ਰਚਵਾਏ, ਚਬੂਤਰੇ ਮਤਲਬ ਪੀੜੇ, ਝੰਡੇ ਝੁਲਾ ਕੁਣ ਕੈ ਵਰਤਾਏ, ਝੰਡੇ ਝੁਲਾ ਕੇ ਦੇਗ ਵਰਤਾਈ, ਔਰ ਜੈਪੁਰੈ ਬਸਤੀ ਮਾਂ ਹੈ, ਅਸ਼ਟਮ ਗੁਰ ਤੇ ਰਹਿ ਜਹਾਂ ਹੈ,
तहां बंगला साहिब रचियो, कुणका बरता झंडा गचियो। देह जहां गुर अष्टम वारी, और उबे माता की जारी। जिथे देह जहां गुर अष्टम वारी, जिथे 8वें पातशाह संस्कार होया, और उबे नाम हुंदा दोहां माता की, उत्थे ही दोनों मातावां संस्कार होया अलग अलग, कट्ठे थां ने जाके दर्शन करो। रचै देहरे तह थां जाए, बाला साहिब सो कहलाए। ਉਹ ਥਾਂ ਦਾ ਨਾਮ ਬਾਲਾ ਸਾਹਿਬ ਹੈ। ਭਾਈ ਕਾਹਨ ਸਿੰਘ ਜੀ ਮਹਾਨ ਕੋਸ਼ ਦਿੱਲੀ ਦੇ ਗੁਰਦੁਆਰਿਆਂ ਦੇ ਇਤਿਹਾਸ ਵਿੱਚ ਲਿਖਦੇ ਆ, ਬਾਲਾ ਸਾਹਿਬ ਬਾਲ ਗੁਰੂ ਹਰਕ੍ਰਿਸ਼ਨ ਜੀ ਦੇ ਸਰੀਰ ਦਾ ਸੰਸਕਾਰ ਇਸ ਥਾਂ ਸੰਮਤ 1721 ਵਿੱਚ ਹੋਇਆ। ਮਾਤਾ ਸਾਹਿਬ ਕੌਰ ਅਤੇ ਮਾਤਾ ਸੁੰਦਰੀ ਜੀ ਦਾ ਸੰਸਕਾਰ ਵੀ ਇਸੇ ਥਾਂ ਹੋਇਆ। ਦਿੱਲੀ ਦਰਵਾਜ਼ੇ ਤੋਂ ਬਾਹਰ 12 ਪੁਲਾ ਲੰਘ ਕੇ ਨਾਲੇ ਤੋਂ ਪਾਰ ਇਹ ਸਥਾਨ ਹੈ, ਜੋ ਚਾਂਦਨੀ ਚੌਂਕ ਤੋਂ 4 ਮੀਲ ਹੈ। ਸਰਦਾਰ ਬਘੇਲ ਸਿੰਘ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਕਾਹਨ ਸਿੰਘ ਜੀ ਲਿਖਦੇ ਹਨ, ਇਹ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਦਾ ਧਰਮਵੀਰ ਸਰਦਾਰ ਕਰੋੜੀਆ ਦੀ ਮਿਸਲ ਵਿੱਚੋਂ ਸੀ। ਇਹਨੇ ਖਾਲਸੇ ਦੀ ਸੈਨਾ ਨਾਲ ਸੰਮਤ 1847 ਵਿੱਚ ਦਿੱਲੀ ਫਤਿਹ ਕੀਤੀ ਅਰ ਸ਼ਾਹ ਆਲਮ ਤੋਂ 3 ਲੱਖ ਰੁਪਇਆ ਭੇਟ ਲੈ ਕੇ ਦਿੱਲੀ ਦੇ ਗੁਰਦੁਆਰੇ ਬਣਵਾਏ ਅਤੇ ਉਹਨਾਂ ਨਾਲ ਜਗੀਰਾਂ ਲਵਾ ਕੇ ਪੰਜਾਬ ਨੂੰ ਵਾਪਸ ਆ ਗਿਆ। ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਦੇ ਚਬੂਤਰੇ ਉਸਨੇ ਬਾਲਾ ਸਾਹਿਬ ਵਿੱਚ ਬਣਵਾਏ। ਇਸ ਤਰ੍ਹਾਂ ਇਤਿਹਾਸ ਅਨੁਸਾਰ ਮਾਤਾ ਸਾਹਿਬ ਕੌਰ ਦਾ ਜਨਮ ਜਿਹੜਾ ਹੈ ਸੋ ਲਿਖਿਆ 18 ਕੱਤਕ ਵੀ 19 ਵੀ ਆਉਂਦਾ। ਰੌ ਵਿਚਾਰ 18 ਕੱਤਕ ਸੰਮਤ 1738 1681 ਈਸਵੀ ਵਿੱਚ ਹੋਇਆ। ਦਸ਼ਮੇਸ਼ ਕੌਰ ਜੀ ਨਾਲ ਦਸ਼ਮੇਸ਼ ਪਿਤਾ ਜੀ ਨਾਲ ਉਹਨਾਂ ਦਾ ਆਨੰਦ ਕਾਰਜ ਕੁਆਰਾ ਡੋਲਾ ਦੇ ਰੂਪ ਵਿੱਚ 18 ਵਿਸਾਖ 1775 1700 ਈਸਵੀ ਨੂੰ ਹੋਇਆ ਅਤੇ ਪ੍ਰਲੋਕ ਗਮਨ ਮਾਘ ਇਕਾਦਸ਼ੀ ਸੰਮਤ 1804 ਨਵੰਬਰ 1747 ਈਸਵੀ ਵਿੱਚ ਕੀਤਾ। ਗਿਆਨੀ ਹਰੀ ਸਿੰਘ ਸਲਾਰ ਲਿਖਦੇ ਕਿ ਮਾਤਾ ਜੀ ਦੇ ਪ੍ਰਲੋਕ ਗਮਨ ਦੀ ਮਿਤੀ ਪੰਡਤ ਤਾਰਾ ਸਿੰਘ ਨਰੋਤਮ ਨੇ ਆਪਣੀ ਕ੍ਰਿਤ ਸ੍ਰੀ ਗੁਰੂ ਤੀਰਥ ਸੰਗ੍ਰਹਿ ਵਿੱਚ 1804 ਲਿਖੀ। ਸੂਰਜ ਪ੍ਰਕਾਸ਼ ਵਿੱਚ ਤਿਥ ਇਕਾਦਸ਼ੀ ਤਾਂ ਲਿਖੀ ਹੈ, ਪਰ ਸੰਮਤ ਕੋਈ ਨਹੀਂ, ਸੋ ਇਕਾਦਸ਼ੀ ਸੀ ਉਦੋਂ, ਇਹ ਧਿਆਨ ਦੇ ਲੈਣਾ। ਭਾਵ ਇਹ ਦੇਸੀ ਤਰੀਕਾ ਹੁੰਦੀਆਂ 18 ਕੱਤਕ ਹੋਈ, ਜਿਵੇਂ ਜਨਮ ਦਿਨ ਮਨਾਉਨੇ ਆਪਾਂ, ਤੇ ਇਸੇ ਪ੍ਰਕਾਰ ਇਕਾਦਸ਼ੀ, ਪਰ ਸੰਮਤ ਦਾ ਕੋਈ ਥੋ ਪਤਾ ਨਾ ਦਿੱਤਾ। ਕੇਸਰ ਸਿੰਘ ਸ਼ਿਬਰ ਬੰਸਾਵਲੀਨਾਮਾ ਦਸਮ ਪਾਤਸ਼ਾਹੀਆਂ ਦਾ ਲਿਖਦੇ ਹਨ, ਸੰਮਤ 1788 ਜਬ ਗਏ ਤਬ ਮਾਤਾ ਸਾਹਿਬ ਦੇਵੀ ਜੀ ਦਿੱਲੀੋਂ ਗੁਰਪੁਰ ਨੂੰ ਸਿੱਧ ਕਰਤ ਪਏ। ਸੰਮਤ 88 ਨੂੰ ਮਾਤਾ ਜੀ ਦਾ ਪ੍ਰਲੋਕ ਜਾਣਾ ਨਹੀਂ ਬਣਦਾ। ਮਾਤਾ ਜੀ ਦੇ ਸੰਗਤਾਂ ਦੇ ਨਾਮ ਲਿਖੇ ਹੁਕਮਨਾਮੇ 1791 ਦੇ ਮਿਲਦੇ ਨੇ। ਇਸ ਕਰਕੇ ਆ ਕਿਉਂਕਿ ਕਈਆਂ ਨੂੰ ਕੋਈ ਭੁਲੇਖਾ ਵੀ ਪਾ ਸਕਦਾ। ਮਾਤਾ ਜੀ ਨੇ ਅਕਾਲ ਚਲਾਣੇ ਸਮੇਂ ਗੁਰੂ ਦੇ ਬਖਸ਼ੇ ਹੋਏ ਸ਼ਸਤਰ ਅਤੇ ਗੁਰੂ ਦੀ ਮੋਹਰ ਮਾਤਾ ਸੁੰਦਰ ਕੌਰ ਦੇ ਸਪੁਰਦ ਕੀਤੇ। ਮਾਤਾ ਸੁੰਦਰ ਕੌਰ ਨੇ ਸ਼ਸਤਰ ਆਪਣੇ ਗੁਰਸਿੱਖ ਪਿਆਰੇ ਗੁਰਸਿੱਖ ਭਾਈ ਜੀਵਨ ਸਿੰਘ ਨੂੰ ਦਿੱਤੇ ਤੇ ਉਹਨਾਂ ਨੇ ਆਪਣੇ ਮਟੀਆਂ ਮਹਿਲ ਬਾਜ਼ਾਰ ਚਿਤਲੀ ਕਬਰ ਮਹੱਲੇ 'ਚ ਰੱਖੇ। ਭਾਈ ਜੀਵਨ ਸਿੰਘ ਦੇ ਸੁਪੁੱਤਰ ਬਖਤਾਵਰ ਸਿੰਘ, ਉਹਨਾਂ ਦੇ ਸੁਪੁੱਤਰ ਸੇਵਾ ਸਿੰਘ ਅਤੇ ਉਹਨਾਂ ਦੇ ਸੁਪੁੱਤਰ ਭਾਨ ਸਿੰਘ ਸ਼ਸਤਰਾਂ ਦੀ ਸੇਵਾ ਸੰਭਾਲ ਕਰਦੇ ਹੋਏ ਸੰਗਤਾਂ ਨੂੰ ਦਰਸ਼ਨ ਕਰਾਉਂਦੇ ਰਹੇ। ਭਾਨ ਸਿੰਘ ਦੀ ਆਪਣੀ ਔਲਾਦ ਨਹੀਂ ਸੀ, ਉਹਨਾਂ ਨੇ ਸ਼ਸਤਰ ਆਪਣੇ ਪਾਲਤੂ ਪੁੱਤਰ ਆਤਮਾ ਸਿੰਘ ਨੂੰ ਦੇ ਕੇ ਸੇਵਾ ਸੰਭਾਲ ਕਰਨ ਦੀ ਹਦਾਇਤ ਕੀਤੀ। ਭਾਈ ਆਤਮਾ ਸਿੰਘ ਨੇ ਸ਼ਸਤਰ ਗੁਰੂ ਤੇਗ ਬਹਾਦਰ ਦੇ ਪਵਿੱਤਰ ਸਥਾਨ ਗੁਰਦੁਆਰਾ ਰਕਾਬਗੰਜ ਸਾਹਿਬ ਨਵੀਂ ਦਿੱਲੀ ਪਹੁੰਚਾਏ, ਜਿੱਥੇ ਉਹ ਅੱਜ ਵੀ ਸੁਸ਼ੋਭਿਤ ਨੇ ਅਤੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਹਨ। ਮਹਾਰਾਜਾ ਪਟਿਆਲਾ ਰਿਆਸਤ ਵੱਲੋਂ 200 ਰੁਪਏ ਸਾਲਾਨਾ ਸ਼ਸਤਰਾਂ ਦੀ ਪੂਜਾ ਲਈ ਭੇਜਦੇ ਸੀ। 200 ਰੁਪਇਆ ਉਦੋਂ ਦਾ ਬਹੁਤ ਜ਼ਿਆਦਾ, ਇਸ ਕਰਕੇ ਅੱਜ ਦਾ ਲਗਭਗ ਕਾਫੀ ਰੁਪਇਆ ਬਣ ਜਾਣਾ। ਉਹ ਹੁਣ ਆ ਪਿੱਛੇ ਜੇ ਚਾਂਦੀ ਦਾ ਰੁਪਇਆ ਦੇਖਿਆ ਸੀ 380 ਰੁਪਏ ਦਾ ਹੋ ਗਿਆ ਸੀ, ਘਟਦਾ ਵੱਧਦਾ ਰਹਿੰਦਾ। ਭਾਈ ਕਾਹਨ ਸਿੰਘ ਜੀ ਲਿਖਦੇ, ਮਟੀਆ ਬਾਜ਼ਾਰ ਦੇ ਚਿਤਲੀ ਕਬਰ ਮਹੱਲੇ ਵਿੱਚ ਮਾਤਾ ਸੁੰਦਰੀ ਜੀ ਦੇ ਸੇਵਕ ਜੀਵਨ ਸਿੰਘ ਕੋਲ ਉਹ ਸ਼ਸਤਰ ਸਨ ਜੋ ਸ੍ਰੀ ਦਸ਼ਮੇਸ਼ ਜੀ ਨੇ ਮਾਤਾ ਸਾਹਿਬ ਕੌਰ ਨੂੰ ਬਖਸ਼ੇ ਸਨ। ਜੀਵਨ ਸਿੰਘ ਦੀ ਔਲਾਦ ਇਹਨਾਂ ਸ਼ਸਤਰਾਂ ਦਾ ਦਰਸ਼ਨ ਗੁਰਸਿੱਖਾਂ ਨੂੰ ਕਰਾਉਂਦੀ ਅਤੇ ਧੂਪ ਦੀਪ ਦੀ ਸੇਵਾ ਕਰਦੀ ਰਹੀ। ਹੁਣ ਇਹ ਸ਼ਸਤਰ ਗੁਰਦੁਆਰਾ ਰਕਾਬਗੰਜ ਵਿੱਚ ਸਥਾਪਨ ਕੀਤੇ ਪਏ ਹਨ। ਸ਼ਸਤਰਾਂ ਦੀ ਸੇਵਾ ਲਈ ਪਟਿਆਲੇ ਤੋਂ ਮਹਾਰਾਜਾ ਪਟਿਆਲਾ ਵੱਲੋਂ 101 ਰੁਪਏ 7 ਆਨੇ ਤੇ ਪੂਜਾ 74 ਰੁਪਏ, ਰਿਆਸਤ ਨਾਭੇ ਤੋਂ 20 ਰੁਪਏ ਅਤੇ 2 ਸਾਂਝ ਦੀ ਜਗੀਰ ਵਿੱਚ 70 ਰੁਪਏ ਮਿਲਦੇ ਸੀ। ਇਸ ਤਰ੍ਹਾਂ ਪੰਥ ਖਾਲਸੇ ਦੀ ਧਰਮ ਮਾਤਾ ਸਾਹਿਬ ਕੌਰ ਜੀ ਨੇ ਸੰਸਾਰ ਵਿੱਚ 66 ਸਾਲ 66
66 ਸਾਲ ਆਯੂ ਗੁਜ਼ਾਰੀ, ਜਿਨ੍ਹਾਂ ਵਿੱਚੋਂ 7 ਸਾਲ ਕੁਝ ਮਹੀਨੇ ਗੁਰੂਪਤੀ ਸੰਗ ਰਹੇ ਅਤੇ 38 ਸਾਲ ਗੁਰੂ ਦੇ ਬਖਸ਼ੇ ਹੋਏ ਸ਼ਸਤਰਾਂ ਦੀ ਸੇਵਾ ਸੰਭਾਲ ਤੇ ਪੂਜਾ ਕਰਕੇ ਤਪ ਸਾਧਤ ਗੁਜ਼ਾਰੇ ਹਨ। ਭਾਵੇਂ ਉਹ ਅੱਜ ਸਰੀਰਕ ਤੌਰ ਤੇ ਸੰਸਾਰ ਤੇ ਨਹੀਂ, ਪਰ ਜਦੋਂ ਤੱਕ ਉਹਨਾਂ ਦਾ ਨਾਦੀ ਪੁੱਤਰ ਪੰਥ ਖਾਲਸਾ ਸੰਸਾਰ ਤੇ ਕਾਇਮ ਹੈ, ਤਦ ਤੱਕ ਉਹਨਾਂ ਦਾ ਨਾਮ ਕਾਇਮ ਰਹੇਗਾ ਅਤੇ ਉਹਨਾਂ ਦਾ ਪੁੱਤਰ ਸ਼ਰਧਾ ਨਾਲ ਉਹਨਾਂ ਨੂੰ ਯਾਦ ਕਰਕੇ ਚੜ੍ਹਦੀ ਕਲਾ ਵਿੱਚ ਵਿਚਰਦਾ ਰਹੇਗਾ। ਸੋ ਤਾਂ ਦਸਮ ਗੁਰੂ ਜੀ ਨੇ ਨੰਦੇੜ ਹਜੂਰ ਸਾਹਿਬ ਤੋਂ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵਾਪਸ ਭੇਜਣ ਦੇ ਅੰਤਮ ਵਿਛੋੜੇ ਸਮੇਂ ਉਹਨਾਂ ਨੂੰ ਭਾਰੀ ਅਧਿਕਾਰ ਸੌਂਪ ਕੇ ਭੇਜਿਆ ਸੀ। ਸਤਿਗੁਰੂ ਜੀ ਨੇ ਆਪਣੀ ਵਿਸ਼ੇਸ਼ ਮੋਹਰ ਉਹਨਾਂ ਨੂੰ ਬਖਸ਼ ਕੇ ਕਿਹਾ ਸੀ ਕਿ ਇਹ ਮੋਹਰ ਲਾ ਕੇ ਪੰਥ ਦੇ ਨਾਂ ਆਗਿਆ ਜਾਰੀ ਕਰੋਗੇ, ਗੁਰਸਿੱਖ ਉਸ ਨੂੰ ਸ਼ਰਧਾ ਸਹਿਤ ਸਵੀਕਾਰ ਕਰਨਗੇ ਅਤੇ ਉਸ ਦੀ ਪਾਲਣਾ ਕਰਨਗੇ। ਗੁਰਪਤੀ ਦੀ ਆਗਿਆ ਮੁਤਾਬਕ ਉਹ ਲੋੜ ਅਨੁਸਾਰ ਇਸ ਦੀ ਵਰਤੋਂ ਕਰਦੇ ਰਹੇ। ਗਿਆਨੀ ਹਰੀ ਸਿੰਘ ਸਲਾਰ ਦੀ ਪੁਸਤਕ ਖਾਲਸੇ ਦੀ ਮਾਤਾ ਅਨੁਸਾਰ ਸਤਿਗੁਰੂ ਜੀ ਦੇ ਵੱਡੇ ਮਹਿਲ ਮਾਤਾ ਸੁੰਦਰ ਕੌਰ ਜੀ ਮੁਖੀ ਸਿੱਖਾਂ ਦੀ ਸਲਾਹ ਨਾਲ ਜੋ ਵੀ ਸੰਗਤ ਨੂੰ ਹੁਕਮਨਾਮੇ ਜਾਰੀ ਕਰਦੇ ਸਨ, ਉਹਨਾਂ ਉੱਤੇ ਵੀ ਗੁਰੂ ਦੀ ਮੋਹਰ ਮਾਤਾ ਸਾਹਿਬ ਕੌਰ ਲਾ ਕੇ ਆਪਣੇ ਦਸਤਖਤ ਕਰਦੇ ਸੀ। ਉਹਨਾਂ ਦੇ ਪ੍ਰਲੋਕ ਗਮਨ ਤੋਂ ਬਾਅਦ ਗੁਰੂ ਮੋਹਰ ਮਾਤਾ ਸੁੰਦਰ ਕੌਰ ਜੀ ਸੰਭਾਲ ਕੇ ਵਰਤਦੇ ਰਹੇ, ਪਰ ਹੁਣ ਉਹ ਮੋਹਰ ਕਿੱਥੇ ਹੈ, ਇਹ ਬਾਰੇ ਕੋਈ ਪਤਾ ਨਹੀਂ ਮਿਲਦਾ। ਮਾਤਾ ਸਾਹਿਬ ਕੌਰ ਜੀ ਦੁਨਿਆਵੀ ਝਮੇਲਿਆਂ ਤੋਂ ਸਦਾ ਹੀ ਨਿਰਲੇਪ ਰਹੇ ਨੇ ਅਤੇ ਉਹਨਾਂ ਨੇ ਮੋਹਰ ਦੀ ਵਰਤੋਂ ਬਹੁਤ ਘੱਟ ਕੀਤੀ। ਡਾਕਟਰ ਗੰਡਾ ਸਿੰਘ ਜੀ ਪੁਸਤਕ ਹੁਕਮਨਾਮੇ ਜਿਹੜੀ ਉਹਨਾਂ ਲਿਖੀ ਹੈ, ਪੰਨਾ 34 ਲਿਖਦੇ ਕਿ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਹੁਕਮਨਾਮੇ ਆਮ ਤੌਰ ਪਰ ਗੁਰੂ ਕੇ ਲੰਗਰ ਲਈ ਕਾਰ ਭੇਟ ਸੰਬੰਧੀ ਹਨ, ਪਰ ਕੁਝ ਹੁਕਮਨਾਮੇ ਇਹ ਵੀ ਹਨ ਜਿਨ੍ਹਾਂ ਵਿੱਚ ਸੰਗਤਾਂ ਦੀਆਂ ਤਕਲੀਫਾਂ ਤੇ ਲੋੜਾਂ ਨੂੰ ਮੁੱਖ ਰੱਖ ਕੇ ਉਹਨਾਂ ਦੀ ਨਿਵਰਤੀ ਲਈ ਕੀਤੇ ਗਏ ਯਤਨਾਂ ਦਾ ਜ਼ਿਕਰ ਹੈ। ਮਾਤਾ ਸਾਹਿਬ ਕੌਰ ਜੀ ਦੇ ਸੰਮਤ 1791 ਦੇ ਮਾਘ ਦੀ ਸੰਗਰਾਂਦ 30 ਦਸੰਬਰ ਸਨ 1734 ਈਸਵੀ ਦੇ ਭਾਈ ਮਾਨ ਸਿੰਘ ਜੋਗ ਲਿਖੇ ਹੁਕਮਨਾਮੇ ਚ ਪਟਨ ਸ਼ੇਖ ਫਰੀਦ ਵਿੱਚ ਸਿੱਖ ਸੰਗਤਾਂ ਦੀ ਸਹੂਲਤ ਲਈ ਇੱਕ ਅੱਛਾ ਨਵਾਂ ਖੂਹ ਲਗਵਾਉਣ ਲਈ ਕਿਹਾ ਗਿਆ, ਕਿਉਂਕਿ ਪਹਿਲਾਂ ਖੂਹਾਂ ਦੀ ਕਮੀ ਹੁੰਦੀ ਸੀ। ਪਾਣੀ ਆਉਣ ਜਾਣ ਦੇ ਰਸਤਿਆਂ ਤੇ ਇਹ ਗੁਰੂ ਘਰ ਵੱਲੋਂ ਖੂਹ ਲਵਾਉਣੇ, ਉਦੋਂ ਬਾਅਦ ਚ ਨਲਕੇ ਆ ਗਏ, ਹੁਣ ਟੂਟੀਆਂ ਆ ਗਈਆਂ, ਹੁਣ ਕਈ ਪ੍ਰਕਾਰ ਦੀ ਸੇਵਾ ਸੰਗਤ ਇਹ ਨਵੇਂ ਹੁਣ ਤਰੀਕੇ ਨਿਕਲੇ, ਹੁਣ ਪਾਣੀ ਵਾਲੀਆਂ ਬੋਤਲਾਂ ਹੀ ਵਰਤਾ ਛੱਡਦੇ ਆ। ਭਾਈ ਮਾਨ ਸਿੰਘ ਇਹ ਲਿਖਦੇ ਨੇ, ਮਾਤਾ ਜੀ ਭਾਈ ਮਾਨ ਸਿੰਘ ਗੁਰੂ ਰੱਖੇਗਾ, ਗੁਰੂ ਗੁਰੂ ਜਪਣਾ ਜਨਮ ਸਵਾਰਨਾ, ਅਤੇ ਭਾਈ ਬਿੰਤੇ ਦੀ ਮਾਰਫਤ ਖੂਹ ਪਟਨ ਸ਼ੇਖ ਫਰੀਦ ਦੇ ਵਿੱਚ ਨਵਾਂ ਬਣਵਾਏ ਦੇਵਣਾ, ਜੋ ਕੁਝ ਲੱਗਾ ਵੈ ਸਰਕਾਰ ਦੇ ਲੇਖਾ ਲਾਵਣਾ, ਜੋ ਸਿੱਖ ਪਾਣੀ ਪੀਵਣਗੇ ਭਲਾ ਹੋਗਾ। ਖੂਹ ਅੱਛਾ ਬਣਵਾਏ ਦੇਵਣਾ, ਸਰਕਾਰ ਮਤਲਬ ਗੁਰੂ ਘਰ। ਹੁਕਮਨਾਮਾ ਦੇ ਵਿੱਚ ਲਿਖਿਆ, ਗੁਰੂ ਸਾਹਿਬ ਨੇ ਸਿੱਖਾਂ ਨੂੰ ਖੰਡੇ ਦਾ ਅੰਮ੍ਰਿਤ ਛਕਾ ਕੇ ਰਹਿਤਵਾਨ ਸਿੰਘ ਦਾ ਨਵਾਂ ਸਰੂਪ ਬਖਸ਼ ਕੇ ਮਰਦਾਂ ਦੇ ਨਾਮ ਨਾਲ ਸਿੰਘ ਅਤੇ ਇਸਤਰੀਆਂ ਦੇ ਨਾਮ ਨਾਲ ਕੌਰ ਸ਼ਬਦ ਜੋੜਨ ਦਾ ਹੁਕਮ ਦਿੱਤਾ ਸੀ। ਕੇਸਨ ਅਦਬ ਨਾ ਕੱਛ ਬਿਨ ਰਹਿਣਾ, ਅਰਧ ਨਾਮ ਸਿੰਘ ਨਾ ਕਹਿਣਾ। ਪਰ ਮਾਤਾਵਾਂ ਵੱਲੋਂ ਜਾਰੀ ਇਹਨਾਂ ਹੁਕਮਨਾਮੇ 'ਚ ਲੇਖਕਾਂ ਨੇ ਮਾਤਾ ਜੀ ਦਾ ਨਾਮ ਮਾਤਾ ਸਾਹਿਬ ਕੌਰ ਦੀ ਥਾਂ ਮਾਤਾ ਕਈ ਜਗ੍ਹਾ ਸਾਹਿਬ ਦੇਵੀ ਲਿਖਿਆ, ਉਹ ਉਹਨਾਂ ਨੇ ਆਪਣੇ ਵੱਲੋਂ ਲਿਖਿਆ। ਜਿਵੇਂ ਪਿੱਛੋਂ ਪ੍ਰਚਲਿਤ ਤੁਰਿਆ ਹੋਇਆ ਮਾਤਾ ਗੁਜਰੀ ਕਹੀ ਜਾਂਦੇ ਸਾਰੇ। ਅੰਮ੍ਰਿਤ ਛਕ ਕੇ ਤਾਂ ਮਾਤਾ ਗੁਜਰ ਕੌਰ ਗੁਰਜੀਤ ਕੌਰ ਨੌਵੀਂ ਬਣਿਆ। ਉਹ ਮਾਮਾ ਕਿਰਪਾਲ ਚੰਦ ਜੀ ਨਾਂ ਕਹੇ ਮਾਮਾ ਕਿਰਪਾਲ ਸਿੰਘ ਜੀ ਬਣੇ। ਇਹ ਗੱਲ ਤੁਸੀਂ ਵੀ ਸੁਣ ਲਓ ਬਈ ਸਾਰੇ ਖੁਸ਼ ਤਾਂ ਹੋਵੇ ਮਾਤਾ ਸਾਹਿਬ ਕੌਰ ਜੀ ਸਾਨੂੰ ਮਾਤਾ ਜੀ ਮਿਲੇ, ਪਰ ਮਾਮਾ ਵੀ ਹੈਗਾ ਆਪਣਾ। ਕੌਣ? ਮਾਮਾ ਸਾਹਿਬ ਚੰਦ ਜੀ ਅੰਮ੍ਰਿਤ ਛਕ ਕੇ ਮਾਮਾ ਸਾਹਿਬ ਸਿੰਘ ਜੀ ਬਣੇ ਅਤੇ ਸਿੱਖਾਂ ਦੇ ਵੀ ਅੱਧੇ ਨਾਮ ਵਰਤੇ ਨੇ, ਇਹ ਵਰਤਣੇ ਨਹੀਂ ਚਾਹੀਦੇ। ਅਰਧ ਨਾਮ ਸਿੰਘ ਨਾ ਕਹਿਣਾ, ਮਹਾਰਾਜ ਰਹਿਤਨਾਮੇ 'ਚ ਲਿਖਿਆ, ਅੱਧਾ ਨਾਮ ਵਰਤੇਗਾ ਸੋ ਤਨਖਾਹੀਆ। ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ ਕਿਉਂ ਹੋਈ ਇਸ ਬਾਰੇ ਇਤਿਹਾਸ ਵਿੱਚ ਕੋਈ ਰੋਸ਼ਨੀ ਨਹੀਂ ਮਿਲਦੀ। ਇਸ ਗੱਲ ਦੀ ਸੂਝ ਜ਼ਰੂਰ ਮਿਲਦੀ ਹੈ ਕਿ ਗੁਰੂ ਸਾਹਿਬ ਜੀ ਤੋਂ ਬਾਅਦ ਮੇਵੜਿਆਂ ਨੇ ਦੋਹਾਂ ਮਾਤਾਵਾਂ ਵਿੱਚ ਦਫੇੜ ਪਾਉਣ ਦੇ ਵੀ ਯਤਨ ਕੀਤੇ ਅਤੇ ਕਾਰ ਭੇਟਾਂ ਦੇਣ ਵਿੱਚ ਵਖਰੇਵਾਂ ਕਰਦੇ ਰਹੇ, ਪਰ ਮਾਤਾ ਸਾਹਿਬ ਕੌਰ ਜੀ ਨੇ ਅਜਿਹਾ ਨਹੀਂ ਹੋਣ ਦਿੱਤਾ ਅਤੇ ਭਾਈ ਦੁਨੀ ਸਿੰਘ ਜੋਗ ਜਾਰੀ ਹੁਕਮਨਾਮੇ ਵਿੱਚ ਉਹਨੂੰ ਝਾੜ ਪਾਈ ਅਤੇ ਕਿਹਾ ਕਿ ਗੁਰੂ ਕਾ ਘਰ ਇੱਕੋ ਕਰ ਜਾਣਨਾ। ਉਹ ਲਿਖਦੇ ਹਨ ਐਵੇਂ ਹੁਕਮਨਾਮਾ 74ਵਾਂ ਹੁਕਮਨਾਮਾ। ਭਾਈ ਦੂਣਾ
ਸਭ ਤੁਸੀਂ ਜੋ ਅਸਾਡੀ ਵੱਲੋਂ ਫੇਰ ਰਹੇ ਹੋ, ਅਰ ਕਾਰ ਭੇਟ ਲੰਗਰ ਨੂੰ ਕਦੀ ਕਿਛ ਨਹੀਂ ਭੇਜਦੇ। ਕਿਆ ਤੁਸੀਂ ਮਾਤਾ ਸੁੰਦਰੀ ਦੇ ਵੱਖਰੇ ਆਏ ਹੋ? ਅਸਾਂ ਤੁਹਾਡੇ ਘਰ ਨੂੰ ਨਿਰਾਸ਼ ਨਾ ਕਿਆ। ਗੁਰੂ ਕਾ ਘਰ ਇੱਕੋ ਜਾਨਾ, ਤੁਹਾਡਾ ਭਲਾ ਹੋਸੀ। ਜੇ ਕੋਈ ਗਲਤੀ ਕਰਦਾ ਮਾਤਾ ਡਾਂਟਦੀ ਵੀ ਸੀ ਉਹਨਾਂ ਨੂੰ ਵੀ ਤੁਸੀਂ ਸਾਡੇ 'ਚ ਪਾਟਕ ਪਾ ਰਹੇ ਹੋ, ਕਿਉਂ ਲੋਕ ਹਟਦੇ ਹੀ ਨਹੀਂ ਨਾ। ਸ਼ੁਰੂ ਤੋਂ ਲੈ ਕੇ ਬਹੁਤ ਸਾਰੇ ਲੋਕਾਂ ਦੇ ਪੁੱਠੇ ਦਿਮਾਗ ਹੁੰਦੇ ਹੀ ਰਹੇ। ਸੋ ਇਹਨਾਂ ਹੁਕਮਨਾਮਿਆਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਮਾਤਾ ਜੀ ਆਪਣੇ ਸਿੱਖਾਂ ਨੂੰ ਪੁੱਤਰ ਦਾ ਦਰਜਾ ਦਿੰਦੇ ਸੀ। ਉਹਨਾਂ ਨੇ ਹਰ ਹੁਕਮਨਾਮੇ ਵਿੱਚ ਲਿਖਿਆ, ਤੁਸੀਂ ਮੇਰੇ ਪੁੱਤ ਫਰਜ਼ੰਦ ਹੋ, ਗੁਰੂ ਪੂਰਾ ਤੁਹਾਡੀ ਪਤ ਰੱਖੇਗਾ। ਅਤੇ ਸਿੱਖ ਵੀ ਉਹਨਾਂ ਦਾ ਮਾਤਾ ਵਾਂਗ ਸਤਿਕਾਰ ਕਰਕੇ ਵਿੱਤ ਅਨੁਸਾਰ ਸੇਵਾ ਕਰਦੇ ਸਨ। ਮਾਤਾ ਸਾਹਿਬ ਕੌਰ ਜੀ ਪੋਠੋਹਾਰ ਪਾਕਿਸਤਾਨ ਦੇ ਜੰਮਪਲ ਸਨ, ਇਸ ਲਈ ਉਹਨਾਂ ਦੇ ਹੁਕਮਨਾਮੇ ਵਿੱਚ ਉਸ ਵੇਲੇ ਦੀ ਹਿੰਦੀ ਪੰਜਾਬੀ ਦੇ ਕਰਸੀ, ਹੋਸੀ, ਦੇਸੀ, ਤੁਸਾਡੀ ਆਦਿ ਸ਼ਬਦ ਵਰਤੇ ਹੋਏ ਮਿਲਦੇ ਨੇ। ਹੁਕਮਨਾਮੇ ਦੇ ਅੰਤ ਵਿੱਚ 17 ਦੀ ਗਿਣਤੀ ਲਿਖਣ ਦਾ ਮੰਤਵ ਇਹ ਜਾਪਦਾ ਹੈ ਕਿ ਹੁਕਮਨਾਮਾ ਲਿਜਾਣ ਵਾਲਾ ਕੋਈ ਮੇਵੜਾ ਉਹ 'ਚ ਘਾਟਾ ਵਾਧਾ ਨਾ ਕਰ ਸਕੇ। ਹੁਕਮਨਾਮੇ ਕਿਤੇ ਵੀ ਪੜ੍ਹੋ, ਉਹਨਾਂ ਵਿੱਚ ਹਮੇਸ਼ਾ ਲਿਖਿਆ ਹੁੰਦਾ ਸੀ ਅਖੀਰ ਤੇ ਜਾ ਕੇ 17/9, 17/14। ਕਿਉਂ ਰਾਹ ਦੇ ਵਿੱਚ ਐਵੇਂ ਕੋਲੋਂ ਹੀ ਨਾ ਹੁਕਮਨਾਮਾ ਲਿਖ ਲੇ ਗਾਹਾਂ ਮਹਾਂ ਵਧਾ ਲਵੇ। ਮਾਤਾ ਜੀ ਦੇ ਕੁਝ ਹੁਕਮਨਾਮੇ ਜਿਹੜੇ ਇਸ ਪ੍ਰਕਾਰ ਹੈ। ਸ੍ਰੀ ਮਾਤਾ ਸਾਹਿਬ ਦੇਵੀ ਮਾਤਾ ਸਾਹਿਬ ਕੌਰ ਜੀ ਵੱਲੋਂ ਭਾਈ ਦੁੰਨਾ, ਭਾਈ ਸੋਭਾ, ਭਾਈ ਆਲਾ ਕਬੀਲਾ, ਭਾਈ ਰਾਮੇ ਫੂਲ ਕੇ। ਇੱਕ ਓੰਕਾਰ ਸਤਿਗੁਰੂ ਜੀ। ਸਰਬੱਤ ਕਬੀਲਾ ਭਾਈ ਰਾਮੇ ਫੂਲ ਕੇ ਕਾ ਗੁਰੂ ਰੱਖੇ। ਸ੍ਰੀ ਅਕਾਲ ਪੁਰਖ ਜੀ ਦਾ ਖਾਲਸਾ। ਸ੍ਰੀ ਮਾਤਾ ਸਾਹਿਬ ਦੇਵੀ ਜੀ ਕੀ ਆਗਿਆ ਹੈ। ਕਿਉਂ ਜਦੋਂ ਮਾਤਾ ਜੀ ਕਈ ਵਾਰ ਆਪ ਨਹੀਂ ਲਿਖਦੇ, ਲਿਖਾਉਂਦੇ ਸੀ, ਅੱਗੇ ਲਿਖਣ ਵਾਲੇ ਕਈ ਵਾਰ ਇਸ ਤਰ੍ਹਾਂ ਲਿਖ ਜਾਂਦੇ ਚੀਜ਼ਾਂ, ਉਹ ਕਈ ਲੋਕ ਸ਼ਰਾਰਤੀ ਵੀ ਰਹੇ। ਭਾਈ ਦੂਨਾ, ਭਾਈ ਸਭਾ, ਭਾਈ ਆਲਾ, ਭਾਈ ਬਖਤਾ, ਭਾਈ ਲੱਦਾ, ਸਰਬੱਤ ਕਬੀਲਾ ਭਾਈ ਰਾਮੇ ਫੂਲ ਕੇ ਕਾ ਗੁਰੂ ਰੱਖੇ। ਗੁਰੂ ਗੁਰੂ ਜਪਣਾ, ਜਨਮ ਸਵਾਰਨਾ, ਮੇਰੀ ਬਹੁਤ ਖੁਸ਼ੀ ਹੈ, ਤੁਸੀਂ ਮੇਰੇ ਪੁੱਤ ਫਰਜ਼ੰਦ ਹੋ, ਗੁਰ ਪੂਰਾ ਤੁਹਾਡੀ ਪਤ ਰੱਖੇ। ਭਾਈ ਦੂਨਾ ਸਭਾ, ਤੁਸੀਂ ਜੋ ਅਸਾਡੀ ਵੱਲੋਂ ਫਿਰ ਰਹੇ ਹੋ, ਭਾਵ ਸਾਡੇ ਹੁਕਮ ਅਨੁਸਾਰ ਅਸੀਂ ਹੁਕਮ ਕੀਤਾ, ਤੁਸੀਂ ਤਾਂ ਫਿਰਦੇ ਹੋ। ਅਰ ਕਾਰ ਭੇਟ ਲੰਗਰ ਨੂੰ ਕਦੇ ਕਿਛ ਨਹੀਂ ਭੇਜਦੇ। ਕਿਆ ਤੁਸੀਂ ਮਾਤਾ ਸੁੰਦਰੀ ਦੇ ਵੱਖਰੇ ਆਏ ਹੋ? ਅਸਾਂ ਤੁਹਾਡੇ ਘਰ ਨੂੰ ਨਿਰਾਸ਼ ਨਾ ਕਿਆ। ਗੁਰੂ ਕਾ ਘਰ ਇੱਕੋ ਘਰ ਜਾਨਣਾ, ਤੁਹਾਡਾ ਭਲਾ ਹੋਸੀ। ਤੁਹਾਡੀ ਸੇਵਾ ਦਰਗਾਹ ਗੁਰੂ ਕੀ ਥਾਂ ਪਉਸੀ। ਸੇਵਾ ਦੋਹਾਂ ਵੱਲ ਇੱਕੋ ਜਿਹੀ ਕਰਨੀ, ਤੁਹਾਡਾ ਬਹੁਤ ਭਲਾ ਹੋਸੀ। ਸੰਮਤ ਪੂਰਾ ਨਹੀਂ ਲਿਖਿਆ ਹੈ, 17/14 ਲਿਖੀਆਂ ਨੇ। ਸੋ ਇੱਕ ਸ਼੍ਰੀ ਮੁਖਵਾਕ ਹੋਰ ਮਾਤਾ ਜੀ ਵੱਲੋਂ ਹੈ। ਸ੍ਰੀ ਮਾਤਾ ਸਾਹਿਬ ਦੇਵ ਜੀ ਵੱਲੋਂ ਭਾਈ ਆਲਮ ਸਿੰਘ ਜਮਾਇਤਦਾਰ ਜੋਗ, ਅੱਸੂ ਵਦੀ 10 ਚਾਨਣ ਪੱਖ, 1783 ਬਿਕਰਮੀ, 10 ਸਤੰਬਰ 1726 ਈਸਵੀ ਨੂੰ ਲਿਖਿਆ ਹੈ। ਇੱਕ ਓੰਕਾਰ ਸਤਿਗੁਰੂ ਜੀਓ ਉੱਤੇ ਲਿਖਦੇ ਸੀ। ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ। ਸ੍ਰੀ ਮਾਤਾ ਸਾਹਿਬ ਦੇਵੀ ਜੀ ਦੀ ਆਗਿਆ ਹੈ। ਭਾਈ ਆਲਮ ਸਿੰਘ ਜਮਾਇਤਦਾਰ, ਸਰਬੱਤ ਜਮਾਇਤ ਕਬੀਲਾ ਖਾਲਸਾ ਗੁਰੂ ਰੱਖੇ। ਗੁਰੂ ਗੁਰੂ ਜਪਣਾ, ਜਨਮ ਸਵਾਰਨਾ, ਮੇਰੀ ਬਹੁਤ ਖੁਸ਼ੀ ਹੈ, ਤੁਸੀਂ ਮੇਰੇ ਪੁੱਤ ਫਰਜ਼ੰਦ ਹੋ। ਗੁਰੂ ਪੂਰਾ ਤੁਹਾਡੀ ਤੇਗ ਦੇਗ ਫਤਿਹ ਕਰੈ। ਫਰਮਾਇਸ਼ ਦੇਖਦੇ ਸਿੰਘਾਂ ਪਾਸੋਂ ਕਾਰ ਕਰ ਕੇ ਹੁੰਡੀ ਕਰਵਾਏ ਕਰ। ਹੁੰਡੀ ਮਤਲਬ ਅੱਜ ਕੱਲ ਜਿਵੇਂ ਆਪਾਂ ਡਰਾਫਟ ਬਣਾ ਲੈਂਦੇ, ਪਹਿਲਾਂ ਹੁੰਡੀ ਚੱਲਦੀ। ਗੁਰਬਖਸ਼ ਭਗਤੇ ਮੇਵੜੇ ਕੇ ਹਵਾਲੇ ਕਰਨੀ, ਜੋ ਸਿੰਘ ਲੰਗਰ ਦੀ ਕਾਰ ਲੋਚ ਕਰ ਦੇਸੀ। ਤਿਸ ਦੀ ਕਿਰਤ ਰੁਜਗਾਰ ਗੁਰੂ ਪੂਰਾ ਬਰਕਤ ਕਰਸੀ। ਸਭਨੀ ਗੱਲੀ ਖਸਮਾਨਾ ਹੋਸੀ। ਸੰਮਤ 1783 ਅੱਸੂ ਵਦੀ 10। ਅੱਗੇ ਲਿਖਿਆ 17/11, ਪਰ 11 ਪੰਕਤੀਆਂ ਦਾ ਹੁਕਮਨਾਮਾ ਭੇਜ ਰਹੇ ਹਾਂ। ਸੋ ਇਸੇ ਪ੍ਰਕਾਰ ਪਟਨਾ ਸਾਹਿਬ ਨੂੰ ਲਿਖਿਆ, ਜੋ ਚੇਤ ਸੁਦੀ 9 1785 ਬਿਕਰਮੀ, 27 ਮਾਰਚ 1729 ਈਸਵੀ ਨੂੰ ਹੁਕਮਨਾਮਾ ਲਿਖਿਆ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ। ਸ੍ਰੀ ਮਾਤਾ ਸਾਹਿਬ ਕੌਰ ਜੀ ਦੀ ਆਗਿਆ ਹੈ। ਭਾਈ ਆਨੰਦ ਰੂਪ ਸਿੰਘ, ਭਾਈ ਭਾਰਾ ਸਿੰਘ, ਭਾਈ ਰਾਜਾ ਸਿੰਘ, ਭਾਈ ਬੁੱਧੂ ਸਿੰਘ, ਭਾਈ ਉਦੇ ਸਿੰਘ, ਭਾਈ ਦੇਵੀ ਸਿੰਘ, ਸਰਬੱਤ ਖਾਲਸਾ ਵਾਸੀ ਪਟਨਾ ਗੁਰੂ ਰੱਖੈ। ਗੁਰੂ ਗੁਰੂ ਜਪਣਾ, ਜਨਮ ਸਵਾਰਨਾ, ਮੇਰੀ ਬਹੁਤ ਖੁਸ਼ੀ ਹੈ, ਤੁਸੀਂ ਪੁੱਤ ਫਰਜ਼ੰਦ ਹੋ। ਗੁਰੂ ਪੂਰਾ ਤੁਹਾਡੀ ਹਰ ਬਾਬ ਰੱਖਿਆ ਕਰੈ। ਰੁਪਏ 73 13 ਆਨੇ। ਇਸ ਪ੍ਰਕਾਰ ਅੱਖਰੀ ਵੀ ਲਿਖਿਆ ਹੋਇਆ 73
एक 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 करके ऐ लिखिया रुपए 73 13 आने अखरी 73 13 आने मार्फत सिद्धू सिंह हजूर पहुंचै सरसराव सुधा लंगर पए खुशी हुई सिखां दी भावनी थां पई जो सिख लंगर दी कार लोच देसी तिस दी किरत जुगार गुरपूरा बरकत करे संमत 1785 चेत सुदी 9 17 लिखियां ने 12। सो इस प्रकार अगे फरमाउंदे ने बचन चेत सुदी 11 ਨੂੰ 1786 बिक्रमी 19 मार्च 1730 ईस्वी में लिखा एक ओंकार श्री वाहिगुरु जी की फतेह श्री अकाल पुरख जी का खालसा श्री माता साहब कौर जी की आज्ञा है ठाकरदास भाई सुभाई मल चोपड़ा भाई शंभूनाथ भाई साहिब राय सरबत खालसा वासी बनारस गुरु रखेगा। ये बनारस दी संगतां नूं हुक्मनामा। गुरु गुरु जपना जन्म सवारना मेरी बहुत खुशी है तुसी मेरे पुत्र फरजंद हो गुरु पूरा तुहाडे सब मनोरथ पूरे करे फरमाइश लई तुसां उत्ते लंगर वास्ते रुपए 50 है अखरी भी लिखिया 50 अखरी 50 है फरमाइश देखदे सार हुंडी मार्फत भाई सिद्धू सिंह मेवड़ा हजूर भेजनी बनारस श्री वाहिगुरु जी की कोठी है सेवा लोच कर करनी जो सिख लंगर की कार लोच कर देसी तिसदी किरत गुरपूरा बरकत करसी संमत 1786 चेत सुदी 11 ते 17 हैगियां 14 पंक्तियां लिखियां ताकि कोई अगे पिछे लिख के गलती ना करे। हुक्मनामा अगले लिखते ने जो वासी पटन शेख फरीद जोग लिखिया पो 7 संमत 1787 बिक्रमी दसंबर 1730 ईस्वी लिखिया एक ओंकार श्री माता जी दी आज्ञा स्वस्थ सो सुबत संगत श्री अकाल पुरख जी का खालसा वासी पटन शेख फरीद का गुरु गुरु जपना जन्म सवारना कार भेट सुख मनत दसेंद चलीहा गोलक जो श्री गुरु जी के निमित्त की कौडी दमड़ी होवे सो हुंडी कराए के भाई मान सिंह मेवड़े की मार्फत हजूर भेजनी निहाल होवोगे तो साडी खट्टी कमाई विच गुरु बरकत पावेगा तुसी मेरे पुत फरजंद हो तुसां उपर मेरी बहुत खुशी है तुहाडे सभे मनोरथ गुरु पूरे करेगा सिख पुत्तां दी सेवा दी वेला है लोच के सेवा करोगे तुहाडी सेवा दरगाह थाएं पवेगी तुहाडे सभे कारज गुर पूरा रास करेगा संमत 1787 मिति पोहे 7 9 लाइनां लिखियां 70 9 70 मतलब लाइनां पंक्तियां। हुक्मनामा वासी पटन शेख फरीद जोग ये लिखिया है पो 23 संमत 1788 बिक्रमी 23 दसंबर 1731 ईस्वी नूं एक ओंकार सतगुरु जी श्री माता जी दी आज्ञा है सरबत संगत श्री अकाल खालसा वासी पटन शेख फरीद का गुरु रखेगा गुरु जपना जन्म सवारना 5 रुपए तुहाडे भाई मान सिंह मेवड़े दी मार्फत हजूर पहुंचे खुशी हुई अगे कार भेट सुख मंत दसौंद चलीहा गोलक जो श्री गुरु जी के निमित्त की कौडी दमड़ी होवे सो हुंडी कराए के भाई मान सिंह की मार्फत हजूरी विच भेजनी निहाल होवोगे तुसी मेरे पुत फरजंद हो तुसां उपर मेरी बहुत खुशी है सिखां पुत्तां दी सेवा दी वेला है लोच के सेवा करोगे सेवा दरगाह थाएं पवेगी सम्मत 1788 मिति पोहे 13 मिति पोहे 23 ते 17 हैगियां 11 ਇਹ ਭਾਵ ਇਹਦਾ ਪੁੱਤਾਂ ਦੀ ਸੇਵਾ ਕਹਿੰਦੇ ਨਾ ਲੋਚ ਕੇ ਸੇਵਾ ਕਰਨੀ ਹੈ ਐਂ ਚਾਹ ਕੇ ਸ੍ਰੀ ਮਾਤਾ ਜੀ ਵੱਲੋਂ ਖਾਲਸਾ ਵਾਸੀ ਨਸ਼ਹਿਰਾ ਪੰਨੂਆ ਜੋਗ ਹੁਕਮਨਾਮਾ ਹਾੜ 1 ਸੰਮਤ 1799 ਬਿਕਰਮੀ 30 ਮਈ 1732 ਈਸਵੀ ਇੱਕ ਓੰਕਾਰ ਸਤਿਗੁਰੂ ਜੀ श्री माता जी की आज्ञा है सरबत खालसा श्री अकाल पुरख जी का वासी नशहरा पनुआ का दा गुरु रखेगा गुरु गुरु जपना जन्म सवारना तो 11 रुपए लंगर दे खर्चनों तो साडे उपर फरमाइश हुई है अगे कार भेट सुख मंद दसौंद चलीहा गोलक जो श्री गुरु जी के निमित्त की कौडी दमड़ी होवे सो हुंडी कराए के भाई राम सिंह मेवड़े दी मार्फत हजूर भेजनी निहाल होवोगे तुहाडी खट्टी कमाई विच गुरु बरकत पावेगा
ਤੁਸੀਂ ਮੇਰੇ ਪੁੱਤ ਫਰਜ਼ੰਦ ਹੋ, ਤੁਸਾਂ ਉੱਪਰ ਮੇਰੀ ਬਹੁਤ ਖੁਸ਼ੀ ਹੈ। ਸਿੱਖਾਂ ਪੁੱਤਾਂ ਦੀ ਕਮਾਈ ਦੀ ਸੇਵਾ ਦਾ ਵੇਲਾ ਹੈ, ਲੋਚ ਕੇ ਸੇਵਾ ਕਰੋਗੇ, ਤੁਹਾਡੀ ਸੇਵਾ ਦਰਗਾਹ ਥਾਂ ਪਵੇਗੀ। ਸੰਮਤ 1799 ਮਿਤੀ ਹਾੜ 1/17/13 ਲਿਖੀਆਂ ਨੇ। ਅਗਲਾ ਹੁਕਮਨਾਮਾ ਜਿਹੜਾ ਵਾਸੀ ਪਟਨ ਸ਼ੇਖ ਫਰੀਦ 17 ਮੱਘਰ ਸੰਮਤ 1799 ਬਿਕਰਮੀ 17 ਨਵੰਬਰ 1732 ਈਸਵੀ। ਇੱਕ ਓੰਕਾਰ ਸਤਿਗੁਰੂ ਜੀ। ਸ੍ਰੀ ਮਾਤਾ ਜੀ ਦੀ ਆਗਿਆ। ਇਹ ਲਿਖਣ ਵਾਲਾ ਬੰਦਾ ਹੋਰ ਸੀ ਨਾ, ਲਿਖਣ ਵਾਲੇ ਹੋਰ ਤਰ੍ਹਾਂ ਲਿਖਦੇ ਨੇ, ਉਹਨਾਂ ਤਾਂ ਹੁਕਮ ਕਰ ਦੇਣਾ ਭਾਈ ਇੱਥੇ ਹੁਕਮਨਾਮਾ ਲਿਖ ਕੇ ਭੇਜ ਦਿਓ। ਸ੍ਰੀ ਮਾਤਾ जी की आज्ञा है, सरबत संगत श्री अकाल पुरख जी का खालसा वासी पटन शेख फरीद का व गिरद निवाही का गुरु रखेगा। गुरु गुरु जपना जन्म सवारना। 14 रुपये तुहाडे भाई मान सिंह की मार्फत हजूर पहुंचे है। बहुत खुशी हुई है। जदों पैसा पहुंच जाता सी तां भी इत्थों चिट्ठी जाती सी, पैसे इन्ने मिल गए मैनू। अगों कार भेट व सुख मन्नत दसौंद चलीहा गोलक जो श्री गुरु जी के निमित की कौडी दमड़ी होवे सो भाई मान सिंह की मार्फत भेजनी निहाल होवोगे। तुहाडी खट्टी कमाई विच गुरु बरकत पावेगा। तुसी मेरे पुत फरजंद हो, तुसां उपर मेरी बहुत खुशी है। तुहाडे सबे मनोरथ गुरु पूरे करेगा। सिखां पुत्तां दी सेवा दी वेला लोच के सेवा करोगे, तुहाडी सेवा दरगाह थां पवेगा। जो सिख अगे होए के कार करावेगा तिसके सभे कारज गुरु पूरा रास करेगा, तिसका भला होवेगा। सम्मत 1799 मिति मगर 1717 ने 14। भाई मान सिंह जोग हुक्मनामा माघ 1 सम्मत 1791 बिक्रमी इस प्रकार 30 दिसंबर 1734 ईस्वी। एक ओंकार सतगुरु। श्री माता जी की आज्ञा है, भाई मान सिंह गुरु रखेगा। गुरु गुरु जपना जन्म सवारना। अगे भाई बिनते दी मार्फत खूह पटन शेख फरीद दे विच नवा बनवाए देवना। जो कुछ लगे सो सरकार दे लेखे लावना। जो सिख पानी पीवणगे भला होग। हुक्म तुमको लिखा है खूह अच्छा बनवाए देवना। सम्मत 1791 माघो 1/17 ਇਹਦੀਆਂ ਹੈਗੀਆਂ ਹੁਕਮਨਾਮੇ ਦੀਆਂ 8। ਸੋ ਇਹ ਹੁਕਮਨਾਮੇ ਖਾਲਸਾ ਪੰਥ ਨੂੰ ਸੇਧ ਦੇਣ ਲਈ ਨਹੀਂ ਹਨ। ਇਹ ਮਾਤਾ ਜੀ ਦੀਆਂ ਅਸੀਸਾਂ ਹਨ ਜੋ ਇੱਕਾ ਦੁੱਕਾ ਨਾਮਵਾਰ ਸਿੱਖ ਪੁੱਤਰਾਂ ਨੂੰ ਗੁਰੂ ਗੁਰੂ ਜਪਣ ਤੇ ਜਨਮ ਸਵਾਰਨ ਲਈ ਦਿੱਤੀਆਂ ਗਈਆਂ। ਮਾਤਾ ਆਪਣੇ ਪੁੱਤਾਂ ਫਰਜ਼ੰਦ ਦਾ ਸਦਾ ਹੀ ਭਲਾ ਲੋਚਦੀ ਰਹੀ ਹੈ ਅਤੇ ਗੁਰੂ ਨਿਮਿਤ ਦਸਵੰਧ ਦੀ ਜਾਚਨਾ ਕਰਦੀ ਰਹੀ ਹੈ। ਇਹ ਹਦਾਇਤਾਂ ਵੀ ਮਾਤਾ ਜੀ ਨੇ 1732 ਈਸਵੀ ਤੋਂ ਪਿੱਛੋਂ ਨਹੀਂ ਦਿੱਤੀਆਂ। ਪ੍ਰਤੀਤ ਹੁੰਦਾ ਹੈ ਕਿ ਮਾਤਾ ਜੀ ਪਿਛਲੀ ਵਰੇਸ ਵਿੱਚ ਗੁਰੂ ਗੁਰੂ ਜਪਦਿਆਂ ਗੁਰੂ ਵਿੱਚ ਲੀਨ ਹੋ ਗਏ ਸਨ। ਉਹ ਪੁੱਤਾਂ ਫਰਜ਼ੰਦਾਂ ਲਈ ਅੰਤਰਾਤਮੇ ਅਵੰਸ਼ ਅਸੀਸ ਅਵਸ਼ ਅਸੀਸ ਮੰਗਦੇ ਰਹੇ ਹੋਣਗੇ, ਪਰ ਮੇਵੜਿਆਂ ਰਾਹੀਂ ਲਿਖਤਾਂ ਭੇਜਣੀਆਂ ਬੰਦ ਕਰ ਦਿੱਤੀਆਂ। ਭਾਣੇ ਤੇ ਰਜਾ ਦੀ ਅਵਸਥਾ, ਸ਼ੀਲ ਸੰਜਮ ਦਾ ਸਰੂਪ ਤੇ ਸਤ ਸੰਤੋਖ ਦੀ ਮੂਰਤ ਮਾਤਾ ਸਾਹਿਬ ਕੌਰ ਜੀ ਸਾਹਿਬ ਵਿੱਚ ਸਵਾਸ ਇੱਕ ਮਿਕਤਾ ਵਿੱਚ ਵਿਚਰਨ ਲੱਗ ਪਏ ਸਨ। ਉਹਨਾਂ ਨੂੰ ਆਪਣੇ ਅੰਤਲੇ ਸਮੇਂ ਬਾਰੇ ਪੂਰਨ ਗਿਆਨ ਸੀ। ਉਹਨਾਂ ਨੇ ਆਪਣੇ ਵੱਡੇ ਭੈਣ ਮਾਤਾ ਸੁੰਦਰ ਕੌਰ ਜੀ ਨੂੰ ਆਪਣੇ ਅਕਾਲ ਚਲਾਣ ਦੀ ਖਬਰ ਪਹਿਲਾਂ ਦੇਤੀ। ਸਤਿਗੁਰੂ ਦੀ ਨਿਸ਼ਾਨੀ ਸ਼ਸਤਰਾਂ ਨੂੰ ਸੰਵਾਰ ਕੇ ਉਹਨਾਂ ਨੇ ਸਿਦਕ ਨਾਲ ਛੋਇਆ ਅਤੇ ਚਿੱਟੀ ਚਾਦਰ ਤਾਣ ਕੇ ਪ੍ਰਭੂ ਚਰਨਾਂ 'ਚ ਸਮਾ ਗਏ। ਜਿਵੇਂ ਜਲ ਦੀ ਬੂੰਦ ਜਲ ਸਮੂਹ ਵਿੱਚ ਲੀਨ ਹੁੰਦੀ, ਸਮੁੰਦਰ ਜਾ ਮਿਲਦੀ ਸੂਰਜ, ਇਸੇ ਪ੍ਰਕਾਰ ਜਿਵੇਂ ਜੋਤ ਪਰਮ ਜੋਤ ਵਿੱਚ ਜਾ ਰਲਦੀ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਇਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਆਪਣੇ ਜੀਵਨ ਨੂੰ ਬਤੀਤ ਕਰਕੇ ਸਾਰੇ ਗੁਣਾਂ ਦੇ ਸੰਪੰਨ, ਬਹੁਤ ਸਾਰੇ ਬਚਨ ਆਪਾਂ ਨੂੰ ਪਤਾ ਲੱਗੇ ਉਹਨਾਂ ਬਾਰੇ ਕਿ ਪੰਥ ਦੀ ਸੇਵਾ 38 ਸਾਲ ਵੀ ਕੀਤੀ। 10ਵੇਂ ਪਾਤਸ਼ਾਹ ਤੋਂ ਬਾਅਦ ਮਾਤਾ ਸੁੰਦਰ ਕੌਰ ਨੇ 40 ਸਾਲ ਸੇਵਾ ਕੀਤੀ। ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਜੀ ਨੇ 40 ਸਾਲ ਕੀਤੀ। ਬਾਅਦ ਵਿੱਚ ਬਾਬਾ ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਨੇ ਬਹੁਤ ਸੇਵਾ ਕੀਤੀ ਪੰਥ ਦੀ। ਭਾਈ ਤਾਰੂ ਸਿੰਘ ਹੁਣੀ ਸਾਰਿਆਂ ਨੇ ਮਿਲ ਕੇ, ਸਾਰਿਆਂ ਸਿੰਘਾਂ ਨੇ ਸੇਵਾ ਕੀਤੀ। ਹੁਣ ਆਪਣਾ ਵੀ ਫਰਜ਼ ਬਣਦਾ ਵੱਧ ਤੋਂ ਵੱਧ ਪ੍ਰਚਾਰ ਕਰੀਏ ਸਿੱਖੀ ਦਾ, ਨਾਮ ਜਪਾਈਏ ਸੰਗਤ ਨੂੰ ਔਰ ਪ੍ਰੇਰਨਾ ਦੇ ਕੇ ਸਾਰੀ ਮਰਿਆਦਾ ਸਿਖਾਈਏ। ਦਸਵੰਧ ਕੱਢਣਾ, ਲਾਉਣਾ ਯੋਗ ਥਾਵਾਂ ਤੇ ਨਕਲੀ ਗੁਰੂਆਂ ਤੋਂ, ਪਖੰਡੀਆਂ ਤੋਂ ਬਚ ਕੇ ਰਹਿਣਾ। ਇਸੇ ਪ੍ਰਕਾਰ ਇਹ ਸਾਰਾ ਕੁਝ ਪ੍ਰਚਾਰ ਕਰਨਾ ਸਾਡਾ ਫਰਜ਼ ਬਣਦਾ। ਸਤਿਗੁਰੂ ਕਿਰਪਾ ਕਰਨ। ਇਹ ਸੀ ਮਾਤਾ ਸਾਹਿਬ ਕੌਰ ਜੀ ਦਾ ਪਾਵਨ ਜੀਵਨ
ਜਿੰਨਾ ਕਿ ਮਿਲ ਸਕਿਆ ਆਪਾਂ ਖੋਜ ਕੀਤੀ ਆ, ਹੋਰ ਖੋਜ ਜਾਰੀ ਰਹੇਗੀ। ਮਾਤਾ ਜੀ ਹੁਣ ਵੀ ਬਖਸ਼ਿਸ਼ ਕਰਦੇ ਨੇ, ਜਿਹੜੇ ਅਭਿਆਸੀ ਸਿੰਘ ਚੰਗੀ ਮਿਹਨਤ ਵਾਲੇ ਆ ਉਹਨਾਂ ਨੂੰ ਦਰਸ਼ਨ ਦੇ ਜਾਂਦੇ ਨੇ। ਪਰ ਹੁਣ ਜਿਹੜੇ ਮਾੜੇ ਮੋਟੇ ਆ ਉਹ ਕੋਸ਼ਿਸ਼ ਕਰੋ ਭਾਈ, ਜੇ ਹਜੂਰ ਸਾਹਿਬ ਜਾ ਕੇ ਰਾਤ ਕੱਟੋਗੇ ਮਾਤਾ ਦੇ ਸਥਾਨ ਤੇ, ਕੋਈ ਮੂਲ ਮੰਤਰ ਕਰੋਗੇ, ਕੋਈ ਉੱਥੇ ਜਪਜੀ ਸਾਹਿਬ ਪੜੋਗੇ, ਮਾਤਾ ਜੀ ਆਪਣੇ ਤੇ ਵੀ ਕਿਰਪਾ ਕਰਨਗੇ। ਬਾਕੀ ਮਾਤਾ ਜੀ ਦਾ ਬਚਨ ਹੈ, ਮੈਂ ਤਾਂ ਹਰ ਥਾਂ ਹੀ ਤੁਹਾਡੇ ਨਾਲ ਹੈ। ਮਾਤਾ ਜੀ ਕਹਿੰਦੇ ਮੈਨੂੰ ਜਿੱਥੇ ਕੋਈ ਯਾਦ ਕਰੇ ਮੈਂ ਉੱਥੇ ਹਾਜ਼ਰ ਤਾਂ ਹੁੰਨੀ, ਪਰ ਹੁਣ ਤੁਸੀਂ ਮੈਨੂੰ ਯਾਦ ਹੀ ਨਹੀਂ ਕਰਦੇ। ਮਾਤਾ ਨੂੰ ਕੌਣ ਯਾਦ ਕਰਦਾ? ਹੁਣ ਜਦੋਂ ਸਾਰਿਆਂ ਨੂੰ ਕਿਹਾ ਹਾਂ, ਸਾਰੇ ਕਹਿੰਦੇ ਹਾਂ ਅਸੀਂ ਯਾਦ ਨਹੀਂ ਕਰਦੇ। ਤੁਸੀਂ ਤਾਂ ਕਿਸੇ ਨੂੰ ਯਾਦ ਕਰਦੇ ਨਾ। ਮਾਤਾ ਜੀਤ ਕੌਰ ਦੇ ਸਥਾਨ ਤੇ ਕੋਈ ਜਾਂਦਾ? ਹਜੂਰ ਸਾਹਿਬ ਇੱਥੇ ਅਨੰਦਪੁਰ ਸਾਹਿਬ ਕੋਈ ਜਾਂਦਾ? ਕੋਈ ਨਹੀਂ ਜਾਂਦਾ। ਕੋਈ ਇੱਕ ਅੱਧਾ ਬੰਦਾ ਹੋ ਜਿਹੜਾ ਰੱਬ ਦਾ ਪਿਆਰਾ, ਕੋਈ ਭਾਈ ਨੰਦ ਲਾਲ ਸਿੰਘ ਜੀ ਸਥਾਨ ਪਰੇ ਉੱਥੇ ਨਹੀਂ ਜਾਂਦੇ, ਕੋਈ ਹੋਰ ਨਹੀਂ। ਇੱਧਰ ਬਸ ਭੱਜੇ ਜਾਓ, ਭੱਜੇ ਅਨੰਦਪੁਰ ਸਾਹਿਬ ਮੱਥਾ ਟੇਕਿਆ ਆ ਗਏ। ਆਸੇ ਪਾਸੇ 34 ਗੁਰੂ ਘਰ ਨੇ ਤੇ ਕੀਰਤਪੁਰ ਸਾਹਿਬ ਇੰਨੇ ਗੁਰੂ ਘਰ ਨੇ, ਅੰਦਰ ਜਾ ਕੇ ਦਰਸ਼ਨ ਕਰਨੇ ਚਾਹੀਦੇ। ਉਹੀ ਲਾਹਾ ਹੈ ਸਾਧ ਸੰਗਤ ਦਰਸ਼ਨਾਂ ਦਾ। ਥਾਂ ਥਾਂ ਤੇ ਜਾ ਕੇ ਹਜੂਰ ਸਾਹਿਬ ਸਾਰੇ ਕਿਤੇ ਦਰਸ਼ਨ ਕਰੋ, ਪਟਨਾ ਸਾਹਿਬ ਦਰਸ਼ਨ ਕਰੋ, ਅੰਮ੍ਰਿਤਸਰ ਸਾਹਿਬ ਦੇ ਦੁਆਲੇ ਤਾਂ ਪਤਾ ਹੀ ਨਹੀਂ ਕਿੰਨੇ ਸਥਾਨ ਨੇ, ਗੋਇੰਦਵਾਲ ਸਾਹਿਬ, ਇਸੇ ਖਡੂਰ ਸਾਹਿਬ, ਸੁਲਤਾਨਪੁਰ ਸਾਹਿਬ, ਇਹ ਸਾਰਾ ਤਰਨਤਾਰਨ ਸਾਹਿਬ, ਅੱਗੇ ਸਰਹਾਲੀ ਸਾਹਿਬ, ਅੱਗੇ ਹੋਰ ਚੋਲਾ ਸਾਹਿਬ, ਪਤਾ ਨਹੀਂ ਕਿਤਨੇ ਕਿਤਨੇ ਸਥਾਨ ਛੁਪੇ ਪਏ ਨੇ। ਮਹਾਰਾਜ ਕਿਰਪਾ ਕਰੇ ਐਸਾ ਸਮਾਂ ਬਣੇ, ਸੰਗਤਾਂ ਸਾਰਿਆਂ ਸਥਾਨਾਂ ਤੇ ਦਰਸ਼ਨ ਕਰਨ, ਲਾਹਾ ਖੱਟਣ, ਗੁਰੂ ਗੁਰੂ ਜਪਣ, ਮਾਤਾ ਸਾਹਿਬ ਕੌਰ ਜੀ ਨੂੰ ਹਮੇਸ਼ਾ ਯਾਦ ਰੱਖਣਾ। ਜਦੋਂ ਵੀ ਗੋਲਕ ਚ ਪਾਉਂਦੇ ਹੋ ਕੁਛ ਵੀ ਭੇਟਾ, ਇੱਕ ਜ਼ਰੂਰ ਨਾਲ ਮਾਤਾ ਜੀ ਦੇ ਨਾਮ ਦਾ ਜ਼ਰੂਰ ਪਾਇਆ ਕਰੋ। ਪਾਉਂਡ, ਡਾਲਰ, ਰੁਪਈਆ ਪਾਉਣੇ 2 ਤਾਂ 2 ਰੁਪਈਏ, ਜੋ 1 ਰੁਪਈਆ ਮਾਤਾ ਜੀ ਦਾ। ਨਾਲ ਨਾਲ ਮਾਤਾ ਜੀ ਦਾ ਨਾਮ ਤੇ ਕਦੇ ਰਮਾਲਾ ਵੀ ਚੜਾਉਣਾ, ਕਦੇ ਪਾਠ ਵੀ ਕਰਾਉਣਾ, ਕਦੇ ਲੰਗਰ ਵੀ ਲਾਉਣਾ। ਕਿਉਂ? ਮਾਤਾ ਤੋਂ ਬਿਨਾਂ ਭਾਈ ਬਖਸ਼ਾਉਣਾ ਨਹੀਂਗਾ। 10ਵੇਂ ਪਾਤਸ਼ਾਹ ਕਹਿੰਦੇ ਮਾਤਾ ਦਿਆਲੂ ਹੁੰਦੀ ਹੈ, ਇਸ ਕਰਕੇ ਮਾਂ ਇੰਨੀ ਚੰਗੀ ਹੁੰਦੀ ਹੈ। ਜੇ ਅਤ ਕਰੋਪ ਕਰੇ ਕਰ ਧਾਇਆ, ਤਾਂ ਵੀ ਚੀਤ ਨਾ ਰਾਖਸ ਮਾਇਆ। ਜੇ ਬੱਚਾ ਗੁੱਸੇ ਆ ਕੇ ਭਾਂਡੇ ਭੰਨ ਦਿੰਦਾ, ਕਈ ਵਾਰ ਐਂ ਕਰਦਾ ਉਹ ਕਰਦਾ, ਮਾਂ ਹੱਸਦੀ ਰਹਿੰਦੀ, ਲਾਡ ਜੋ ਕਰਦੀ ਹੈ। ਇਸ ਕਰਕੇ ਪਿਓ ਤਾਂ ਲਾ ਦਿੰਦਾ 1-2, ਪਰ ਮਾਂ ਕਹਿੰਦੀ ਕੋਈ ਨਹੀਂ ਕੋਈ ਨਹੀਂ, ਨਿਆਣਾ ਨਿਆਣਾ ਕਰਕੇ। ਸੋ ਮਾਵਾਂ ਇੱਥੇ ਵੀ ਦੱਸਦੀਆਂ, ਕਈ ਮਾਵਾਂ ਮਿਲਦੀਆਂ, ਉਹ ਮਾਵਾਂ ਹੱਸਦੀਆਂ ਸਾਰੀਆਂ, ਕਹਿੰਦੀਆਂ ਕਈ ਗੱਲਾਂ ਪਿਓ ਨੂੰ ਨਿਆਣੇ ਅਸੀਂ ਦੱਸਦੇ ਹੀ ਨਹੀਂਗੇ ਕਿ ਐਵੇਂ ਕੁੱਟੂਗਾ ਫੜ ਕੇ ਇਹਨੂੰ। ਮਾਵਾਂ ਐ ਲਕੋ ਵੀ ਰੱਖ ਜਾਂਦੀਆਂ। ਉਹ ਮਾਤਾ ਸਾਹਿਬ ਕੌਰ ਵੀ ਮਿਹਰ ਕਰਨਗੇ ਆਪਣੇ ਤੇ। ਹਮੇਸ਼ਾ ਯਾਦ ਰੱਖੋ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਮਹਾਂਪੁਰਖਾਂ ਜਾਂ ਦਰਸ਼ਨ ਹੋਏ ਸੀ, ਦਾਸ ਨੇ ਪੁੱਛਿਆ ਸੀ, ਕਹਿੰਦੇ ਬਿਲਕੁਲ ਕੋਈ ਅੱਜ ਕੱਲ ਤੇ ਐਵੇਂ ਕੱਪੜੇ ਹੋਰ ਤਾਂ ਲੋਕ ਪਾਉਂਦੇ। ਮਾਤਾ ਜੀ ਦਾ ਕਹਿੰਦੇ ਗਲਮਾ ਵੀ ਗਲਮੀਨੀ ਉੱਤੋਂ ਬੰਦ, ਕਫ ਬੰਦ ਹੱਥ ਤੱਕ, ਪੂਰਾ ਘੁੱਟਵੀਂ ਪਜਾਮੀ ਥੱਲੇ ਤੱਕ, ਗੋਡਿਆਂ ਤੋਂ ਥੱਲੇ ਤੱਕ ਸੁੰਦਰ ਚੋਲਾ, ਵੱਡੀ ਸ੍ਰੀ ਸਾਹਿਬ, ਕਾਤਰੇ ਕਿਰਪਾਨ ਜਿਹੜੀ ਸੀ ਫੁੱਟ ਦੀ ਘੱਟੋ ਘੱਟ, ਦੋਨਾਂ ਹੱਥਾਂ 'ਚ ਕੜੇ, ਤੇ ਬਿਲਕੁਲ ਕੋਈ ਹਾਰ ਸ਼ਿੰਗਾਰ ਨਹੀਂ, ਕੁਛ ਨਹੀਂ। ਬੀਬੀਆਂ ਆਮ ਤੌਰ ਤੇ ਪੁੱਛਦੀਆਂ ਅੰਮ੍ਰਿਤ ਛਕ ਕੇ, ਦੇਖੋ ਹੈ ਤਾਂ ਨਹੀਂ ਮਰਿਆਦਾ। ਮਾਤਾ ਸਾਹਿਬ ਕਾਲ ਕਿਤੇ ਦੇਖੋ, ਹਾਂ ਸੀਸ ਤੇ 5.25 ਮੀਟਰ ਦਸਤਾਰ ਸਜਾਉਂਦੇ ਮਾਤਾ ਜੀ। ਜ਼ਿਆਦਾਤਰ ਤਿੰਨੇ ਮਾਤਾਵਾਂ ਦੇ ਬਸਤਰ ਪੀਲੇ ਹੀ, ਮੈਂ ਜਦੋਂ ਪੁੱਛਦਾ ਅਭਿਆਸੀਆਂ ਨੂੰ ਕਹਿੰਦੇ ਪੀਲੇ ਹੀ ਬਸਤਰ ਬਹੁਤੇ ਹੁੰਦੇ ਨੇ, ਬੜੇ ਸੁੰਦਰ ਬਸਤਰ ਪੀਲੇ ਸ਼ਸਤਰ ਬਸਤਰ, ਔਰ ਦਗ ਦਗ ਕਰਦੇ ਚਿਹਰੇ, ਲੰਮੇ ਲੰਮੇ ਕੱਦ, 6-6 ਫੁੱਟੇ 6.5 ਫੁੱਟੇ ਕੱਦ, ਸਾਰਿਆਂ ਦੇ ਲੰਬੇ ਲੰਬੇ ਕੱਦ ਨੇ, ਔਰ ਬਖਸ਼ਿਸ਼ਾਂ ਦੇ ਭੰਡਾਰੇ ਨੇ। ਸਤਿਗੁਰੂ ਕਿਰਪਾ ਕਰਨ। ਜੀ ਤਾਂ ਨਹੀਂ ਕਰਦਾ ਕਿ ਹਟ ਜਾਈਏ ਉਹਨਾਂ ਦੀ ਉਪਮਾ ਕਰਨ ਤੋਂ, ਪਰ ਹੁਣ ਸਮਾਂ ਵੀ ਇਜਾਜ਼ਤ ਨਹੀਂ ਦਿੰਦਾ ਅੱਗੇ। ਬਾਕੀ ਭਾਈ ਦਾਸ ਦਾ ਮਨੁੱਖਾ ਦੇਹੀ ਕਰਕੇ ਗਲਾ ਵੀ ਫਿਰ ਥੱਕ ਜਾਂਦਾ। ਪਹਿਲਾਂ ਵੀ ਕਥਾ ਕਰਕੇ ਪਾਰਕ ਐਵੇਨਿਊ, ਇਸੇ ਪ੍ਰਕਾਰ ਸਤਿਗੁਰੂ ਕਿਰਪਾ ਕਰਨ। ਕੱਲ ਨੂੰ ਫੇਰ ਜਾ ਕੇ ਕਥਾ 3-4 ਕਰਨੀ ਆ। ਸਤਿਗੁਰੂ ਕਿਰਪਾ ਕਰਨ। ਬਸ ਅਰਦਾਸ ਕਰੋ, ਪਾਠ ਕਰੋ, ਦਾਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਦਾਸ ਤੋਂ ਲਈ ਜਾਣ, ਤੰਦਰੁਸਤੀਆਂ ਮਹਾਰਾਜ ਬਖਸ਼ੇ, ਸਰੀਰ ਨੂੰ ਚੜ੍ਹਦੀ ਕਲਾ ਬਖਸ਼ੇ, ਸਾਰੇ ਥਾਵਾਂ ਤੇ ਸੰਗਤਾਂ ਅਸੀਸਾਂ ਦਿਓ। ਐਵੇਂ ਗੁਰੂ ਘਰ ਦਾ ਪ੍ਰਚਾਰ, 10 ਗੁਰਾਂ ਦੇ ਮਹਿਲ, 10 ਗੁਰਾਂ ਦੇ ਸਾਹਿਬਜ਼ਾਦਿਆਂ ਦੇ ਜੀਵਨ, 10 ਗੁਰਾਂ ਦੇ ਜੀਵਨ, ਗੁਰਸਿੱਖਾਂ ਦੇ ਜੀਵਨ ਪੜ੍ਹਦੇ ਰਹੀਏ, ਸੁਣਦੇ ਰਹੀਏ, ਉਹ ਸਾਨੂੰ ਅਸੀਸਾਂ ਦਿੰਦੇ ਰਹਿਣ। ਤੇ ਜਿਵੇਂ ਭਾਈ ਬਚਿੱਤਰ ਸਿੰਘ ਕਹਿੰਦੇ ਹੁੰਦੇ ਆ ਇਟਲੀ ਵਾਲੇ, ਅਸੀਸਾਂ, ਉਹਨਾਂ ਅਸੀਂ ਇਹਨਾਂ ਗੱਲਾਂ ਤੋਂ ਯਾਦ ਕਰਦੇ ਹਾਂ। ਅਸੀਸਾਂ ਸਤਿਗੁਰੂ ਬਖਸ਼ਣ,
सतगुरु सारिਆਂ ਦੇ ਮਿਹਰ ਭਰਿਆ ਹੱਥ ਰੱਖਣ। सतगुरु सारिਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। माता साहब कौर जी किरपा करन। सो सारियां मातावां साडे ते मिहर रखण, यही बख्शिश करन। पूता माता की आसीस, निमख न बिसरा तुमको हर हर, सदा भजो जगदीश। भुल्लां चुक्कां दी माफी बख्शनी। प्यार नाल सारियां संगतां फतेह उचारण करिए। वाहिगुरु जी का खालसा, वाहिगुरु जी की फतेह। वाहिगुरु 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 वाहिगुरु। वाहिगुरु जी का खालसा, वाहिगुरु जी की फतेह।